ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸ ਕਾ, ਸਭ ਸੈ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼੍ਰੀ ਰਾਗ ਕੀ ਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਪੌੜੀ ਰੂਪ ਦੇ ਵਿੱਚ ਜੋ ਵਾਰ ਸ਼੍ਰੀ ਰਾਗ ਦੇ ਵਿੱਚ ਸੁਭਾਏਮਾਨ ਹੈ, ਜਿਹਦੇ ਨਾਲ ਸ਼ਲੋਕ ਦਾ ਸੁਮੇਲ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਸੁਭਾਏਮਾਨ ਕੀਤਾ, ਜਿਸ ਵਿੱਚੋਂ ਅੱਜ ਦੇ ਜੋ ਅੰਮ੍ਰਿਤਮਈ ਬਚਨ ਆਪ ਜੀ ਨੇ ਸਰਵਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 91 ਦੇ ਉੱਪਰ ਸੁਭਾਏਮਾਨ ਹਨ। ਮੂਲ ਰੂਪ ਦੇ ਵਿੱਚ ਜੋ ਪੌੜੀ ਦੀ ਵਿਚਾਰ ਹੈ, ਜਿਹਦੇ ਨਾਲ ਸ਼ਲੋਕ ਨੂੰ ਮਿਲਾਇਆ ਗਿਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਮੈਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਦਾ ਉਹ ਢਾਡੀ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦਾ ਹੈ, ਔਰ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਪੁਕਾਰ ਕਰਦਾ ਹੈ। ਤੇ ਜਦੋਂ ਮਾਲਕ ਆਪਣੇ ਦਰ ਦੇ ਸੇਵਾਦਾਰ, ਉਸਤਤ ਕਰਨ ਵਾਲੇ ਢਾਡੀ ਦੀ ਪੁਕਾਰ ਨੂੰ ਸੁਣਦੇ ਆ, ਉਹਦੇ ਮਨੋਰਥ ਨੂੰ ਸਮਝਦੇ ਨੇ, ਤਾਂ ਫਿਰ ਆਪਣੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਆਪਣੇ ਦਰ ਤੋਂ ਬਖਸ਼ ਕੇ ਝੋਲੀ ਦੇ ਵਿੱਚ ਪਾ ਦਿੰਦੇ ਹਨ। ਤੇ ਜਿਹਨੂੰ ਫਿਰ ਬਖਸ਼ਿਸ਼ਾਂ ਮਿਲਦੀਆਂ ਨੇ, ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਇਸੇ ਹੀ ਪੌੜੀ ਦੇ ਨਾਲ ਜੋ ਸ਼ਲੋਕ ਦਾ ਸੁਮੇਲ ਕੀਤਾ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਨੇ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਉਸ ਮਾਲਕ ਦੇ ਦਰ ਦਾ ਢਾਡੀ ਕਿਉਂ ਬਣਨਾ, ਉਸ ਮਾਲਕ ਦੇ ਦਰ ਤੇ ਉਹਦੀ ਉਸਤਤ ਕਿਉਂ ਕਰਨੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਕਿਰਪਾ ਕਰਦੇ ਨੇ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ। ਜਿਉ ਪਿੰਡ ਸਭ ਤਿਸ ਦਾ। ਜਿਉ ਦਾ ਅਰਥ ਹੈ ਜਿੰਦ, ਜੀਵ ਆਤਮਾ। ਪਿੰਡ ਦਾ ਅਰਥ ਹੈ ਸਰੀਰ।
ਇਹ ਸਾਡਾ ਪਿੰਡਾ। ਪਰਮੇਸ਼ਵਰ ਨੇ ਇਸ ਜਿੰਦ ਔਰ ਪਿੰਡ ਨੂੰ ਇਹਦਾ ਸੁਮੇਲ ਕਰਕੇ ਇਹਦੀ ਰਚਨਾ ਕੀਤੀ, ਇਹਦੀ ਸਿਰਜਣਾ ਕੀਤੀ ਹੈ। ਔਰ ਕੇਵਲ ਤੇ ਕੇਵਲ ਇਹਦੀ ਸਿਰਜਣਾ ਨਹੀਂ, ਇਹਦਾ ਆਸਰਾ ਵੀ ਉਹ ਆਪ ਪਰਮੇਸ਼ਵਰ ਬਣਿਆ ਹੈ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਨ ਖਾਣ। ਕੇਵਲ ਸਾਜਿਆ ਨਹੀਂ ਹੈ, ਸਾਜ ਕੇ ਕੇਵਲ ਛੱਡਿਆ ਨਹੀਂ, ਉਸ ਕਰਤੇ ਨੇ ਆਪ ਵਿੱਚ ਬੈਠ ਕੇ ਦਿੱਤਾ। ਪਹਿਨਣ ਖਾਣ ਦੀ ਖੇਡ ਵੀ ਮਾਲਕ ਨੇ ਬਣਾਈ, ਆਸਰਾ ਵੀ ਆਪਣਾ ਮਾਲਕ ਨੇ ਦਿੱਤਾ ਹੈ। ਜਿਉ ਪਿੰਡ ਸਭ ਤਿਸ ਦਾ, ਸਭ ਸਹਿ ਦੇ ਆਧਾਰ। ਇਹ ਜਿੰਦ ਵੀ ਉਹਦੀ ਹੈ ਔਰ ਇਹ ਪਿੰਡ ਵੀ ਉਹਦਾ ਹੈ। ਸਰੀਰ ਔਰ ਜੀਵ ਆਤਮਾ ਕਰਕੇ ਅਸੀਂ ਉਸ ਮਾਲਕ ਦੇ ਹਾਂ। ਉਹ ਵੱਖਰੀ ਗੱਲ ਹੈ ਕਿ ਮਾਇਆ ਵੀ ਪੜਦਾ ਪੈ ਗਿਆ ਤੇ ਬੰਦਾ ਇਹ ਭੁਲੇਖਾ ਆਪਣੇ ਅੰਦਰ ਪਾਲ ਕੇ ਬੈਠ ਜਾਂਦਾ ਹੈ ਕਿ ਇਹ ਮੈਂ ਹਾਂ, ਇਹ ਮੇਰਾ ਹੈ। ਅਕਸਰ ਅਸੀਂ ਇਹੀ ਕਹਿੰਦੇ ਹਾਂ, ਅੱਖਾਂ ਮੇਰੀਆਂ ਨੇ, ਕੰਨ ਮੇਰੇ ਨੇ, ਹੱਥ ਮੇਰੇ ਹੈ, ਜ਼ੁਬਾਨ ਮੇਰੀ ਹੈ, ਪੈਰ ਮੇਰੇ ਨੇ। ਪਰ ਇਹ ਸਾਡੇ ਕਿਵੇਂ ਹੋ ਸਕਦੇ ਆ ਜਦ ਕਿ ਇਹਦੀ ਬਣਤਰ ਬਣਾਉਣ ਵਾਲਾ ਆਪ ਪਰਮੇਸ਼ਵਰ ਹੈ। ਜਿਨ ਕੰਨ ਕੀਤੇ ਅੱਖੀਂ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ। ਜਿਨੇ ਇਹ ਅੱਖ, ਮੂੰਹ, ਨੱਕ, ਕੰਨ ਦੀ ਸਿਰਜਣਾ ਕੀਤੀ ਹੈ ਔਰ ਜਿਹੜੇ ਜਿਹੜੇ ਪਾਰਟ ਉਹਨੇ ਸਰੀਰ ਦੇ ਬਣਾਏ ਨੇ, ਅੱਖਾਂ ਅੱਖਾਂ ਦਾ ਕੰਮ ਕਰ ਰਹੀਆਂ ਨੇ, ਕੰਨ ਕੰਨ ਦਾ ਕੰਮ ਕਰ ਰਹੇ ਆ, ਜ਼ੁਬਾਨ ਆਪਣੇ ਜ਼ੁਬਾਨ ਦਾ ਕੰਮ ਕਰ ਰਹੀ ਹੈ, ਹੱਥ ਆਪਣਾ, ਪੈਰ ਆਪਣਾ ਕੰਮ ਕਰ ਰਹੇ ਆ। ਪਰ ਇਹਨਾਂ ਨੂੰ ਚਲਾਉਣ ਵਾਲਾ, ਉਹ ਆਸਰਾ ਦੇਣ ਵਾਲਾ ਪਰਮੇਸ਼ਵਰ ਹੈ। ਇਸ ਲਈ ਜੀਓ ਪਿੰਡ ਸਭ ਤਿਸ ਦਾ। ਜਿਹਨੂੰ ਇਹ ਗੱਲ ਸਮਝ ਆ ਗਈ, ਜਿਹਦੇ ਅੰਦਰੋਂ ਮੈਂ ਖਤਮ ਹੋ ਗਈ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਇਹ ਤਨ ਮਨ ਜਿਹਦਾ ਹੈ, ਇਹ ਇਸ ਤਨ ਮਨ ਵਿੱਚ ਜਿਹੜਾ ਧਨ ਹੈ, ਇਹ ਜਿਹੜੀਆਂ ਅੱਖਾਂ ਦੇ ਵਿੱਚ ਰੋਸ਼ਨੀ ਹੈ, ਇਹ ਬਹੁਤ ਕੀਮਤੀ ਧਨ ਹੈ। ਇਹ ਜਿਹੜੀ ਸਾਡੇ ਕੰਨਾਂ ਵਿੱਚ ਸੁਣਨ ਦੀ ਸਰੋਤ ਹੈ, ਇਹ ਬਹੁਤ ਕੀਮਤੀ ਧਨ ਹੈ, ਜਿਹਦਾ ਮੁੱਲ, ਜਿਹਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ। ਜੋ ਕੁਦਰਤੀ ਤੌਰ 'ਤੇ ਸਾਨੂੰ ਮਾਲਕ ਨੇ ਇਹ ਬਖਸ਼ਿਸ਼ਾਂ ਦਿੱਤੀਆਂ ਨੇ, ਇਹ ਧਨ ਵੀ ਉਹਦਾ ਹੀ ਹੈ ਔਰ ਉਹੀ ਸੁਗੜ ਸੁਜਾਨ ਹੈ, ਉਹੀ ਸਾਡਾ ਦੁੱਖ ਸੁੱਖ ਸੁਣਨ ਵਾਲਾ ਹੈ, ਜਿਹਨੇ ਸਾਡੀ ਬਣਤਰ ਬਣਾਈ ਹੈ, ਜਿਹੜਾ ਸਾਡਾ ਆਸਰਾ ਹੈ, ਤੇ ਦੁੱਖ ਸੁੱਖ ਵੀ ਉਹੀ ਸੁਣੇਗਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜੀਓ ਪਿੰਡ ਸਭ ਤਿਸ ਦਾ ਕਾ, ਸਭ ਸਹਿ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਜਿਹੜਾ ਹਰ ਸਮੇਂ ਦਾ ਦਾਤਾਰ ਹੈ। ਇਹ ਨਹੀਂ ਕਿ ਜਦੋਂ ਸੰਸਾਰ ਦੀ ਬਣਤਰ ਹੋਈ ਉਦੋਂ ਉਹ ਦਾਤਾ ਸੀ, ਫਿਰ ਸਮਾਂ ਬਦਲਿਆ ਤੇ ਦਾਤਾ ਹੋਰ ਬਣ ਗਿਆ, ਅੱਜ ਹੋਰ ਕੱਲ ਹੋਰ ਨਹੀਂ, ਸਦਾ ਸਦਾ ਦਾਤਾਰ। ਕਿਉਂਕਿ ਉਹ ਦਾਤਾ ਹੈ ਜਿਹਦੀਆਂ ਦਾਤਾਂ ਕਦੇ ਮੁੱਕਦੀਆਂ ਹੀ ਨਹੀਂ। ਜਿਹਦੇ ਖਜ਼ਾਨੇ ਖਾਲੀ ਹੋ ਜਾਣ, ਫਿਰ ਅਸੀਂ ਕਹਿ ਸਕਦੇ ਹਾਂ ਵੀ ਇਹ ਦਾਤਾ ਨਹੀਂ ਸਾਨੂੰ ਚਾਹੀਦਾ, ਸਾਨੂੰ ਹੋਰ ਚਾਹੀਦਾ ਹੈ ਜਿਹਦੇ ਖਜ਼ਾਨੇ ਭਰੇ ਹੋਣ। ਪਰ ਇਹ ਤੇ ਉਹ ਦਾਤਾ ਹੈ ਜਿਹਦੇ ਖਜ਼ਾਨੇ ਕਦੇ ਖਾਲੀ ਹੁੰਦੇ ਹੀ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਦਿੰਦੇ ਟੋਟ ਨ ਆਵਈ ਆਗਨਤ, ਭਰੇ ਭੰਡਾਰ।
ਇਹ ਸਦਾ ਦਾ ਦਾਤਾਰ ਹੈ। ਫਿਰ ਕੀ ਕਰੀਏ? ਜੋ ਸਾਡੀ ਜਿੰਦ ਤੇ ਸਾਡੇ ਪਿੰਡ ਦਾ ਆਸਰਾ ਹੈ। ਮਹਾਰਾਜ ਕਹਿੰਦੇ, ਨਾਨਕ ਦਾ ਭਾਵ ਗੁਰੂ ਅਮਰਦਾਸ ਜੀ ਕਹਿੰਦੇ, ਗੁਰਮੁਖ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ ਸੇਵੀਐ, ਐਸੇ ਦਾਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ। ਐਸੇ ਪਰਮੇਸ਼ਵਰ ਨੂੰ ਸਿਮਰਨਾ ਭਾਵ ਚੇਤੇ ਰੱਖਣਾ ਚਾਹੀਦਾ ਹੈ। ਹਰ ਵੇਲੇ ਚੇਤੇ ਰੱਖਣਾ ਚਾਹੀਦਾ ਹੈ। ਜਿਹਦੇ ਕਿਰਪਾ ਦੇ ਦੁਆਰਾ ਤੈਨੂੰ ਸੁੰਦਰ ਦੇਹੀ ਮਿਲੀ ਹੈ, ਜਿਹਦੀ ਕਿਰਪਾ ਦੇ ਦੁਆਰਾ ਤੂੰ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਮਾਣਦਾ ਹੈ, ਤੈਨੂੰ ਉਹਨੂੰ ਸਦਾ ਆਪਣੇ ਮਨ ਵਿੱਚ ਚੇਤੇ ਰੱਖਣਾ ਚਾਹੀਦਾ ਹੈ। ਜਹ ਪ੍ਰਸਾਦ 36 ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਹਨੂੰ ਸਦਾ ਆਪਣੇ ਮਨ ਵਿੱਚ ਚੇਤੇ ਰੱਖ। ਜਿਹਦੀ ਕਿਰਪਾ ਨਾਲ ਤੂੰ ਪਾਟ ਪਟੰਬਰ ਸੋਹਣੇ ਬਸਤਰ ਤਨ ਤੇ ਹੰਡਾਉਂਦਾ ਹੈ, ਜਿਹਦੀ ਕਿਰਪਾ ਨਾਲ ਤੈਨੂੰ ਕੰਚਨ ਵਰਗੀ ਸੁੰਦਰ ਦੇਹ ਅਰੋਗਤਾ ਵਾਲੀ ਦੇਹੀ ਮਿਲੀ ਹੈ, ਉਸ ਮਾਲਕ ਨੂੰ ਸਦਾ ਚੇਤੇ ਰੱਖ। ਪਰ ਕਿਵੇਂ? ਗੁਰਮੁਖ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਰਾਹੀਂ ਉਸ ਦਾਤਾਰ ਨੂੰ ਸਦਾ ਸਿਮਰਨਾ ਚਾਹੀਦਾ ਹੈ। ਹਉ ਬਲਿਹਾਰੀ ਤਿਨ ਕੋ, ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਪਹਿਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਝਾਇਆ, ਸਾਨੂੰ ਭੁੱਲੇ ਨੂੰ ਚੇਤੇ ਕਰਾਇਆ ਕਿ ਤੇਰੀ ਜ਼ਿੰਦਗੀ ਦਾ, ਤੇਰੇ ਜੀਵਨ ਦਾ ਆਧਾਰ ਆਸਰਾ ਪਰਮੇਸ਼ਵਰ ਆਪ ਹੈ। ਤੂੰ ਗੁਰੂ ਦੇ ਰਾਹੀਂ ਉਹਨੂੰ ਸਿਮਰ, ਉਹਨੂੰ ਚੇਤੇ ਰੱਖ। ਤੇ ਜਿਨ੍ਹਾਂ ਨੇ ਫਿਰ ਸਿਮਰਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਚੇਤੇ ਕੀਤਾ, ਹਉ ਬਲਿਹਾਰੀ ਤਿਨ ਕਉ, ਕਉ ਕੱਕੇ ਨੂੰ ਊੜਾ ਲੱਗਾ ਹੈ, ਤਿਨ ਕਉ ਉਹਨਾਂ ਨੂੰ। ਸਾਹਿਬ ਜੀ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਸਦਕੇ ਜਾਵਾਂ। ਜਿਨ ਧਿਆਇਆ ਹਰ ਨਿਰੰਕਾਰ, ਜਿਨ੍ਹਾਂ ਨੇ ਗੁਰੂ ਦੇ ਰਾਹੀਂ ਕੇਵਲ ਤੇ ਕੇਵਲ ਨਿਰੰਕਾਰ ਨੂੰ ਧਿਆਇਆ ਹੈ, ਕੇਵਲ ਤੇ ਕੇਵਲ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਹੈ, ਮੈਂ ਉਹਨਾਂ ਤੋਂ ਸਦਕੇ ਜਾਵਾਂ। ਕਿਉਂ? ਉਹਨਾਂ ਕੇ ਮੁਖ ਸਦ ਉਜਲੇ, ਕਿਉਂਕਿ ਉਹਨਾਂ ਦੇ ਮਨ ਕਰਕੇ ਮੁਖ ਉਜਲੇ ਹੋ ਗਏ। ਇਹ ਬਾਹਰ ਦੇ ਫੇਸ, ਬਾਹਰ ਦੇ ਮੁਖ ਦੀ ਗੱਲ ਨਹੀਂ। ਬਾਹਰ ਦੇ ਮੁਖ ਤੇ ਕੋਈ ਦਾਗ ਧੱਬਾ ਲੱਗਾ ਹੋਵੇ ਤੇ ਅਸੀਂ ਮਿਟਾ ਸਕਦੇ ਹਾਂ, ਕਾਲਖ ਲੱਗੀ ਹੋਵੇ ਅਸੀਂ ਉਹਨੂੰ ਮਿਟਾ ਸਕਦੇ ਹਾਂ, ਪਰ ਜਿਹੜੇ ਸਾਡੇ ਮਨ ਉੱਤੇ ਜਾਂ ਸਾਡੇ ਆਚਰਣ ਤੇ ਜਿਹੜੇ ਦਾਗ ਧੱਬੇ ਲੱਗੇ ਨੇ, ਉਹ ਕਿਵੇਂ ਅਸੀਂ ਮਿਟਾਵਾਂਗੇ? ਉਹਨੂੰ ਨਾਮ ਨਾਲ ਜੁੜ ਕੇ, ਪਰਮੇਸ਼ਵਰ ਦੇ ਨਾਮ ਨੂੰ ਧਿਆ ਕੇ, ਉਹ ਵਿਕਾਰਾਂ ਦੇ ਦਾਗ ਧੱਬੇ ਜਿਹੜੇ ਆ ਇਹ ਮਿਟਾਏ ਧੋਤੇ ਜਾ ਸਕਦੇ ਆ। ਤੇ ਜਿਨ੍ਹਾਂ ਨੇ ਫਿਰ ਜਪਿਆ ਹੈ, ਉਹਨਾਂ ਦੇ ਮੁਖ ਉਜਲ ਹੋਏ ਨੇ। ਉਹ ਮਨ ਕਰਕੇ ਉਹਨਾਂ ਦੇ ਮੁਖ ਉਜਲ ਹੋਏ। ਤੇ ਫਿਰ ਮਹਾਰਾਜ ਕਹਿੰਦੇ, ਜਿਨ੍ਹਾਂ ਦੀ ਇਹ ਮਿਹਨਤ ਰੰਗਤ ਲਿਆਈ, ਜਿਨ੍ਹਾਂ ਦੀ ਇਸ ਮਿਹਨਤ ਨੇ, ਘਾਲਣਾ ਨੇ ਇਹ ਸਫਲਤਾ ਇਹਨਾਂ ਨੂੰ ਦਿੱਤੀ ਹੈ, ਤੇ ਫਿਰ ਉਹਨਾਂ ਨੂੰ ਤੇ ਨਮਸਕਾਰ ਬਣਦੀ ਹੈ, ਕਿਉਂਕਿ ਉਹਨਾਂ ਨੇ ਬੜਾ ਵੱਡਾ ਮਹਾਨ ਕੰਮ ਕੀਤਾ ਹੈ। ਅਸੀਂ ਬਾਹਰੀ ਤੌਰ ਤੇ ਦੇਖ ਕੇ ਕਹਿ ਦਿੰਦੇ ਹਾਂ ਇਹ ਬੜਾ ਵੱਡਾ ਮਹਾਨ ਹੈ, ਇਹ ਬਹੁਤ ਮਹਾਨ ਹੈ, ਪਰ ਗੁਰਬਾਣੀ ਉਹਨੂੰ ਮਹਾਨ ਕਹਿੰਦੀ ਆ ਜਿਹਨੇ ਆਪਣੇ ਮਨ ਉਤੋਂ ਵਿਕਾਰਾਂ ਦੀ ਮਲ ਨੂੰ ਧੋ ਲਿਆ ਹੈ, ਜਿਹਨੇ ਆਪਣੇ ਮਨ ਕਰਕੇ ਮੁਖ ਉਜਲ ਕਰ ਲਿਆ, ਜਾਂ ਜਿਹਨੇ ਆਪਣੀ ਮਤ ਵਿੱਚੋਂ ਪਾਪ ਦੀ ਮਲ ਨੂੰ ਧੋ ਲਿਆ ਹੈ। ਗੁਰਬਾਣੀ ਉਹਨੂੰ ਮਹਾਨ ਕਹਿੰਦੀ ਹੈ ਵੀ ਇਹ ਮਹਾਨ ਹੈ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਮੈ ਕੈ ਰੰਗ
ਹੁਣ ਜਿਹਨੇ ਧੋ ਲਿਆ ਆਪਣੀ ਮੱਤ ਨੂੰ ਉਹ ਮਹਾਨ ਹੈ, ਕਿਉਂਕਿ ਉਹਨੇ ਬੜੀ ਮਿਹਨਤ ਕੀਤੀ ਹੈ, ਉਹਨੇ ਬੜੀ ਘਾਲਣਾ ਘਾਲੀ ਹੈ ਆਪਣੇ ਮੱਤ ਵਿੱਚੋਂ ਪਾਪ ਦੀ ਮਲ ਨੂੰ ਕੱਢਣ ਵਾਸਤੇ। ਇਸ ਲਈ ਮਹਾਰਾਜ ਨੇ ਆਖਿਆ ਤੁਸੀਂ ਰੋਜ਼ ਪੜ੍ਹਿਆ ਕਰੋ ਤਾਂ ਕਿ ਸਮਝ ਆ ਜਾਏ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਰਾ ਜਗਤ ਹੀ ਉਹਨਾਂ ਨੂੰ ਨਮਸਕਾਰ ਕਰੇ। ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਨਾ ਹਾਂ, ਸਦਕੇ ਜਾਨਾ ਹਾਂ। ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਬਾਹਰ ਦੇ ਬਹਿਰੂਪੀਆਂ ਨੂੰ ਨਹੀਂ, ਬਾਹਰ ਦੇ ਪਹਿਰਾਵੇ ਵੇਖ ਕੇ ਨਹੀਂ, ਬਾਹਰ ਦੇ ਅਡੰਬਰ ਧਰਮ ਦੇ ਨਾਮ ਤੇ ਜਿਹੜੇ ਰਚ ਕੇ ਬੈਠੇ ਆ ਉਹਨਾਂ ਨੂੰ ਨਹੀਂ, ਜਿਹੜੇ ਵਾਕਈ ਘਾਲਣ ਵਾਲੇ ਨੇ ਸਾਰਾ ਜਗਤ ਉਹਨਾਂ ਨੂੰ ਨਮਸਕਾਰ ਕਰੇ। ਇੱਥੇ ਕਰੇ ਲਿਖਿਆ ਮਹਾਰਾਜ ਨੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਹਰ ਇੱਕ ਵਿਦਵਾਨ ਨੇ ਜਿੰਨੀ ਸਮਝ ਆਈ ਉਹਦੇ ਅਰਥ ਜਿਹੜੇ ਆ ਸਾਡੇ ਸਨਮੁਖ ਰੱਖੇ ਨੇ, ਜਾਂ ਉਹਨਾਂ ਦਾ ਸਾਰਾ ਜਗਤ ਉਹਨਾਂ ਨੂੰ ਨਮਸਕਾਰ ਕਰਦਾ ਹੈ। ਪਰ ਅੱਜ ਦੇ ਸਮੇਂ ਵਿੱਚ ਆਪਾਂ ਵੇਖਾਂਗੇ ਤੇ ਸਾਰਾ ਜਗਤ ਕਿੱਥੇ ਨਮਸਕਾਰ ਕਰਦਾ ਹੈ ਉਹਨਾਂ ਨੂੰ, ਜਿਹੜੇ ਸੱਚ ਦੇ ਮਾਰਗ ਤੇ ਤੁਰ ਪਏ, ਜਿਨ੍ਹਾਂ ਨੇ ਆਪਣੇ ਮੁਖ ਨੂੰ ਅੰਦਰੋਂ ਉਜਲ ਕਰ ਲਿਆ, ਜਿਹੜੇ ਵਿਕਾਰਾਂ ਤੋਂ ਰਹਿਤ ਹੋ ਗਏ। ਸਾਰਾ ਜਗਤ ਨਹੀਂ ਉਹਨਾਂ ਨੂੰ ਨਮਸਕਾਰ ਕਰਦਾ। ਇਸ ਲਈ ਮਹਾਰਾਜ ਕਹਿੰਦੇ ਸਾਰਾ ਜਗਤ ਉਹਨਾਂ ਨੂੰ ਨਮਸਕਾਰ ਕਰੇ ਜਿਨ੍ਹਾਂ ਨੇ ਆਪਣੇ ਮੁਖ ਉਜਲ ਕਰ ਲਿਆ, ਜਿਨ੍ਹਾਂ ਨੇ ਇੰਨੀ ਵੱਡੀ ਕਮਾਈ ਕੀਤੀ ਤੇ ਨਿਰੰਕਾਰ ਨੂੰ ਕੇਵਲ ਧਿਆਇਆ ਗੁਰੂ ਦੇ ਰਾਹੀਂ, ਗੁਰੂ ਦੇ ਸਨਮੁਖ ਹੋ ਕੇ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਡੇ ਜਿੰਦ ਤੇ ਸਾਡੇ ਪਿੰਡ ਦਾ ਆਸਰਾ ਕੇਵਲ ਤੇ ਕੇਵਲ ਪਰਮੇਸ਼ਵਰ ਹੈ। ਹੁਣ ਨਮਸਕਾਰ ਕਿਹਨੂੰ ਹੈ? ਜਿਹਨੇ ਆਪਣਾ ਮੁਖ ਉਜਲ ਕੀਤਾ। ਮੁਖ ਉਜਲ ਕਿਹਨੇ ਕੀਤਾ? ਜਿਹਨੇ ਮਾਲਕ ਵਾਹਿਗੁਰੂ ਨਿਰੰਕਾਰ ਨੂੰ ਧਿਆਇਆ। ਅੰਮ੍ਰਿਤਮਈ ਬਾਣੀ ਵਿੱਚ ਬਚਨ ਆਉਂਦੇ ਆ, ਸਾਹਿਬ ਜੀ ਕਹਿੰਦੇ ਨੇ ਮੈਂ ਉਸ ਗੁਰਸਿੱਖ ਨੂੰ ਤੋਂ ਬਲਿਹਾਰੇ ਜਾਵਾਂ, ਸਦਕੇ ਜਾਵਾਂ, ਤਿਸ ਗੁਰਸਿੱਖ ਕੋ ਸਦਾ ਨਮਸਕਾਰੀ। ਮੈਂ ਉਸ ਗੁਰਸਿੱਖ ਨੂੰ ਸਦਾ ਨਮਸਕਾਰ ਕਰਦਾ ਹਾਂ ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ। ਅੰਮ੍ਰਿਤਮਈ ਬਾਣੀ ਵਿੱਚ ਬਚਨ ਨੇ, ਸਾਹਿਬ ਕਹਿੰਦੇ ਜੋ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਹੁਕਮ ਵਿੱਚ ਗੁਰਸਿੱਖ ਚੱਲਿਆ, ਸਾਹਿਬ ਕਹਿੰਦੇ ਮੇਰੀ ਇੱਕ ਵਾਰ ਨਹੀਂ, ਉਹਨੂੰ ਸਦਾ ਲਈ ਮੇਰੀ ਨਮਸਕਾਰ ਹੈ। ਹੁਣ ਅਸੀਂ ਦੇਖਣਾ ਵੀ ਗੁਰੂ ਨੂੰ ਮੰਨ ਕੌਣ ਰਿਹਾ ਤੇ ਗੁਰੂ ਦੇ ਭਾਣੇ ਵਿੱਚ ਚੱਲ ਕੌਣ ਰਿਹਾ। ਅਸੀਂ ਗੁਰੂ ਸਾਹਿਬ ਦਾ ਆਸਰਾ ਜ਼ਰੂਰ ਲਿਆ ਹੈ, ਪਰ ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਵਿਰਲੇ ਵਿਰਲੇ ਨੇ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣ ਵਾਲੇ ਵਿਰਲੇ ਵਿਰਲੇ ਨੇ ਸੰਸਾਰ ਵਿੱਚ। ਇਸ ਲਈ ਸਾਹਿਬ ਕਹਿੰਦੇ ਨੇ ਮੈਂ ਉਹਨੂੰ ਸਦਾ ਨਮਸਕਾਰ ਕਰਦਾ ਜੋ ਗੁਰ ਕੇ ਭਾਣੇ ਗੁਰਸਿੱਖ ਚੱਲਿਆ, ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਹੁਕਮ ਵਿੱਚ ਤੁਰਿਆ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਾਰਾ ਜਗਤ ਹੀ ਨਮਸਕਾਰ ਕਰੇ, ਜਿਨ੍ਹਾਂ ਨੇ ਆਪਣੇ ਮਨ ਰੂਪੀ ਮੁਖ ਨੂੰ ਉਜਲ ਕਰ ਲਿਆ ਪਰਮੇਸ਼ਵਰ ਦੇ ਨਾਮ ਨੂੰ ਧਿਆ ਕੇ। ਮਹਲਾ ਤੀਜਾ। ਸਤਿਗੁਰ ਮਿਲਿਆ ਉਲਟੀ ਪਈ, ਨਵ ਨਿਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਫਿਰ ਪੁੱਛਿਆ ਗੁਰੂ ਅਮਰਦਾਸ ਮਹਾਰਾਜ, ਤੁਸੀਂ ਪਹਿਲੇ ਸ਼ਲੋਕ ਦੇ ਵਿੱਚ ਆਖਿਆ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ।
ਫਿਰ ਤੁਸੀਂ ਸਾਨੂੰ ਵੀ ਆਖਿਆ ਵੀ ਸਾਰਾ ਜਗਤ ਹੀ ਉਹਨੂੰ ਨਮਸਕਾਰ ਕਰੇ। ਕਿਹੜਾ ਐਸਾ ਵੱਡਾ ਕੰਮ ਉਹਨੇ ਕਰ ਦਿੱਤਾ ਜਿਹਦੇ ਨਾਲ ਸਾਰਾ ਜਗਤ ਉਹਨੂੰ ਨਮਸਕਾਰ ਕਰੇ, ਤੇ ਤੁਸੀਂ ਵੀ ਉਹਦੇ ਤੋਂ ਬਲਿਹਾਰੇ ਜਾਂਦੇ ਹੋ। ਅਗਲੇ ਸ਼ਲੋਕ ਵਿੱਚ ਫਿਰ ਮਹਾਰਾਜ ਨੇ ਆਖਿਆ, ਸਤਿਗੁਰ ਮਿਲਿਆ ਉਲਟੀ ਭਈ, ਕਿਉਂਕਿ ਸਤਿਗੁਰੂ ਨੂੰ ਮਿਲ ਕੇ ਉਹਦੀ ਸੁਰਤ ਉਲਟ ਗਈ, ਉਹਦੀ ਸੋਚ ਬਦਲ ਗਈ, ਉਹਦੀ ਵਿਚਾਰ ਬਦਲ ਗਈ, ਉਹਦੇ ਖਿਆਲ ਬਦਲ ਗਏ, ਉਹਦਾ ਰਸਤਾ ਬਦਲ ਗਿਆ। ਉਲਟੀ ਦਾ ਅਰਥ ਹੈ ਮੋਹ ਮਾਇਆ ਤੋਂ ਉਹਦੀ ਸੁਰਤ ਜਿਹੜੀ ਸੀ ਉਹ ਪਿਛਾਂਹ ਨੂੰ ਮੁੜ ਗਈ। ਹੁਣ ਉਹ ਮੋਹ ਮਾਇਆ ਵੱਲ ਉਹਦਾ ਧਿਆਨ ਨਹੀਂ ਜਾਂਦਾ। ਉਹ ਬਾਹਰ ਦੀਆਂ ਨਵ ਨਿਧੀਆਂ 18 ਸਿੱਧੀਆਂ ਪਿੱਛੇ ਦੌੜਦਾ ਨਹੀਂ ਹੈ। ਹੁਣ ਉਹ ਬਾਹਰੋਂ ਵਰਤ ਨਹੀਂ ਰੱਖਦਾ, ਬਾਹਰੋਂ ਉਹ ਕੰਨਾਂ 'ਚ ਮੁੰਦਰਾ ਨਹੀਂ ਪਾਉਂਦਾ, ਹੁਣ ਉਹ ਤਨ ਤੇ ਵਿਭੂਤੀਆਂ ਨਹੀਂ ਮਲਦਾ ਨਵ ਨਿਧੀਆਂ 18 ਸਿੱਧੀਆਂ ਲੈਣ ਵਾਸਤੇ। ਹੁਣ ਉਹ ਪਹਾੜ ਦੀ ਚੋਟੀ ਤੇ ਜਾ ਕੇ ਨਹੀਂ ਬੈਠਦਾ, ਹੁਣ ਉਹ ਤਨ ਤੇ ਵਿਭੂਤੀ ਨਹੀਂ। ਹੁਣ ਜੋ ਜੋ ਸੰਸਾਰੀ ਕੰਮ ਕਰਦੇ ਨੇ, ਹੁਣ ਉਹ ਸੰਸਾਰੀ ਕੋਈ ਐਸਾ ਕੰਮ ਨਹੀਂ ਕਰਦਾ। ਮਾਇਆ ਦੇ ਮੋਹ ਵਿੱਚ ਪੈ ਕੇ ਕੋਈ ਐਸਾ ਕਰਮ ਨਹੀਂ ਕਰਦਾ, ਕਿਉਂਕਿ ਉਹਦੀ ਸੁਰਤ ਉਲਟ ਗਈ। ਉਲਟ ਦਾ ਅਰਥ ਹੈ ਪਿਛਾਂਹ ਨੂੰ ਮੁੜ ਜਾਣਾ। ਹੁਣ ਉਹ ਸੰਸਾਰੀਆਂ ਵਾਲੇ ਕੰਮ ਨਹੀਂ ਕਰਦਾ। ਕਿਵੇਂ? ਸਤਿਗੁਰ ਮਿਲਿਆ, ਸਤਿਗੁਰੂ ਨੂੰ ਮਿਲ ਕੇ ਉਹਨੇ ਆਪਣੀ ਸੁਰਤ ਨੂੰ ਉਲਟਾ ਲਿਆ। ਤੇ ਹੁਣ ਪਹਿਲੇ ਕੀ ਹੁੰਦਾ ਸੀ? ਪਹਿਲਾਂ ਨਵ ਨਿਧੀਆਂ 18 ਸਿੱਧੀਆਂ ਪਿੱਛੇ ਭੱਜਦਾ ਰਹਿੰਦਾ ਹੈ, ਜਾਂ ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ, ਤ੍ਰਿਪਤੀ ਨਹੀਂ ਸੀ ਆ ਰਹੀ। ਹੁਣ ਜਦੋਂ ਸਤਿਗੁਰੂ ਨੂੰ ਮਿਲ ਕੇ ਇਹਨੇ ਆਪਣੀ ਸੁਰਤ ਨੂੰ ਉਲਟਾ ਲਿਆ, ਇਹਦੇ ਅੰਦਰ ਸਬਰ ਤੇ ਸੰਤੋਖ ਆਇਆ। ਜਦੋਂ ਹੀ ਸਬਰ ਸੰਤੋਖ ਆਇਆ ਤੇ ਨਵ ਨਿਧੀਆਂ ਦੇ ਖਜ਼ਾਨੇ ਐਸੇ ਮਿਲ ਗਏ, ਹੁਣ ਖਰਚ ਵੀ ਰਿਹਾ ਤੇ ਖਰਚਾ ਵੀ ਰਿਹਾ। ਐਸੀ ਬਖਸ਼ਿਸ਼ ਇਹਨੂੰ ਸਤਿਗੁਰੂ ਨੂੰ ਮਿਲ ਕੇ ਮਿਲ ਗਈ ਕਿ ਹੁਣ ਖਰਚ ਵੀ ਰਿਹਾ ਤੇ ਖਰਚਾ। ਹੁਣ ਇਹ ਪਰੇਸ਼ਾਨ ਨਹੀਂ ਹੁੰਦਾ, ਹੁਣ ਦੁਖੀ ਨਹੀਂ ਹੁੰਦਾ ਵੀ ਕਿਤੇ ਖਜ਼ਾਨਾ ਘਟ ਨਾ ਜਾਏ। ਇਹਨੂੰ ਚਿੰਤਾ ਨਹੀਂ ਲੱਗਦੀ ਵੀ ਹੁਣ ਖਜ਼ਾਨਾ ਕਿਤੇ ਮੇਰਾ ਖਾਲੀ ਨਾ ਹੋ ਜਾਏ, ਕਿਉਂਕਿ ਬੇਫਿਕਰਾ ਹੋ ਗਿਆ। ਸਤਿਗੁਰੂ ਨੇ ਮਿਲ ਕੇ ਜਿਹੜਾ ਖਜ਼ਾਨਾ ਦਿੱਤਾ, ਉਹਦੇ ਵਿੱਚ ਇੱਕ ਭਰੋਸਾ ਦੇ ਦਿੱਤਾ, ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਮਹਾਰਾਜ ਕਹਿੰਦੇ ਹੁਣ ਤੂੰ ਖਾਵੇਂਗਾ ਵੀ ਖਰਚੇਂਗਾ ਵੀ, ਪਰ ਚਿੰਤਾ ਨਾ ਕਰੀ, ਟੋਟ ਨਹੀਂ ਆਏਗੀ, ਇਹਦੇ ਵਿੱਚ ਵਾਧਾ ਹੀ ਵਾਧਾ ਹੋਏਗਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਤਿਗੁਰ ਕਿਉਂ ਸਾਰੇ ਜਗਤ ਨੇ ਨਮਸਕਾਰ ਕਰਨੀ ਹੈ? ਕਿਉਂਕਿ ਸਭ ਤੋਂ ਪਹਿਲਾਂ ਤਾਂ ਸਤਿਗੁਰ ਮਿਲਿਆ ਉਲਟੀ ਭਈ, ਉਹਦੀ ਹੁਣ ਸੁਰਤ ਉਲਟ ਗਈ। ਨਵ ਨਿਧ ਖਰਚਿਓ ਖਾਓ, ਹੁਣ ਉਹ ਖਰਚਦਾ ਵੀ ਹੈ ਤੇ ਨਵ ਨਿਧੀਆਂ ਦੇ ਖਜ਼ਾਨੇ ਵਿੱਚੋਂ ਆਪ ਵੀ ਖਾਂਦਾ ਹੈ ਤੇ ਦੂਜਿਆਂ ਨੂੰ ਵੀ ਖਵਾਉਂਦਾ ਹੈ। ਆਪ ਵੀ ਰਜਦਾ ਹੈ, ਦੂਜਿਆਂ ਨੂੰ ਵੀ ਰਜਾਉਂਦਾ ਹੈ। ਆਪ ਵੀ ਸੁਖੀ ਹੁੰਦਾ ਹੈ, ਦੂਜਿਆਂ ਨੂੰ ਵੀ ਸੁੱਖ ਵੰਡਦਾ ਹੈ। ਉਹ ਆਪ ਵੀ ਸਬਰ ਤੇ ਸੰਤੋਖ ਵਿੱਚ ਹੈ ਤੇ ਦੂਜਿਆਂ ਨੂੰ ਵੀ ਸਬਰ ਤੇ ਸੰਤੋਖ ਵਾਲਾ ਜੀਵਨ ਦੇ ਰਿਹਾ ਹੈ। ਉਹ ਆਪ ਵੀ ਮੁਕਤ ਹੈ ਤੇ ਦੂਜਿਆਂ ਨੂੰ ਵੀ ਮੁਕਤ ਕਰਦਾ। ਨਮਸਕਾਰ ਕਿਹਨੂੰ ਹੋਣੀ ਚਾਹੀਦੀ ਹੈ? ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨੂੰ ਨਾਮ ਦੀ ਬਖਸ਼ਿਸ਼ ਵਿੱਚੋਂ ਦੀ ਨਵ ਨਿਧੀਆਂ, ਨਵ ਮੈਨੇ 9, ਨਿਧੀ ਮੈਨੇ ਖਜ਼ਾਨਾ, 9 ਖਜ਼ਾਨੇ ਪ੍ਰਾਪਤ ਹੋ ਜਾਂਦੇ ਆ, ਜਿਹਦੇ ਵਿੱਚੋਂ ਖਰਚਿਓ ਖਾਓ, ਖਰਚਦਾ ਵੀ ਹੈ ਤੇ ਖਾਂਦਾ ਵੀ ਹੈ। ਤੇ ਦੂਜੇ ਪਾਸੇ 18 ਸਿੱਧੀ ਪਿੱਛੇ ਲੱਗੀਆਂ ਫਿਰਨ। ਪਹਿਲੇ ਇਹਨਾਂ ਦੇ ਪਿੱਛੇ ਸਾਰੀ ਉਮਰ ਲੰਘਾ ਦਿੱਤੀ, ਪਹਾੜਾਂ ਤੇ ਜਾ ਕੇ ਸਮਾਂ ਬਿਤਾ ਦਿੱਤਾ, ਤਨ ਤੇ ਵਿਭੂਤੀਆਂ ਮਲ ਕੇ ਸਮਾਂ ਲੰਘਾ ਦਿੱਤਾ, ਵਰਤ ਰੱਖ ਕੇ ਸਮਾਂ ਲੰਘਾ ਦਿੱਤਾ। ਹੁਣ ਜਦੋਂ ਹੀ ਸਤਿਗੁਰੂ ਨੂੰ ਮਿਲ ਕੇ ਸੋਚ ਬਦਲ ਗਈ, ਵਿਚਾਰ ਬਦਲ ਗਈ, ਰਸਤਾ ਬਦਲ ਗਿਆ। ਹੁਣ ਇਹ ਜਿਹਦੇ ਮਗਰ ਸਾਰੀ ਜ਼ਿੰਦਗੀ ਭੱਜਦਾ ਰਿਹਾ, ਉਹ ਹੁਣ ਇਹਦੇ ਪਿੱਛੇ ਨੇ।
ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ। ਕਿਹਨਾਂ ਦੇ? ਜੋ ਹਰ ਹਿਰਦੇ ਸਦਾ ਵਸਾਏ, ਜਿਹੜੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਵਸਾ ਲੈਂਦੇ ਆ। ਤੇ ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਵਸਾਉਣਾ ਹੀ ਤੇ ਔਖਾ ਹੋਇਆ ਪਿਆ। ਇਹੀ ਤੇ ਘਾਲਣੀ ਹੈ। ਤਕਰੀਬਨ ਲਗਭਗ ਸਾਡਾ ਇਹ ਸਵਾਲ ਹੁੰਦਾ ਹੈ ਕਿ ਬਾਣੀ ਪੜ੍ਹ ਲਈ ਅਸੀਂ ਪਰ ਹਿਰਦੇ 'ਚ ਨਹੀਂ ਵਸੀ। ਨਾਮ ਬੜਾ ਅਸੀਂ ਜਪ ਲਿਆ, ਸਿਮਰ ਲਿਆ, ਪਰ ਕੀ ਕਰੀਏ, ਹਿਰਦੇ 'ਚ ਨਹੀਂ ਵਸਦਾ। ਇਹਦਾ ਮਤਲਬ ਇਹ ਕੋਈ ਸੌਖਾ ਕੰਮ ਨਹੀਂ। ਇਹਦੇ ਲਈ ਮਿਹਨਤ, ਇਹਦੇ ਲਈ ਇੱਕ ਮਨ ਇੱਕ ਚਿੱਤ ਹੋਣਾ ਪੈਣਾ ਹੈ। ਤੇ ਇੱਕ ਮਨ ਇੱਕ ਚਿੱਤ ਕਿੱਥੇ ਹੋਇਆ ਜਾਂਦਾ ਹੈ? ਮਨ ਕਿਤੇ ਹੈ, ਚਿੱਤ ਕਿਤੇ ਹੈ। ਜਦੋਂ ਦੋਵੇਂ ਇਕੱਠੇ ਹੋਣਗੇ ਉਹਦੇ ਲਈ ਮਿਹਨਤ ਹੈ, ਘਾਲਣਾ ਹੈ, ਫਿਰ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਤਾਂ ਹੀ ਤੇ ਆਖਿਆ ਸੀ, ਇਹ ਮਨ ਹਰਿ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਤੂੰ ਇੱਕ ਮਨ ਇੱਕ ਚਿੱਤ ਤੇ ਭਾਏ ਭਾਵਨਾ ਰੱਖ ਕੇ ਸਿਮਰ ਉਹਨੂੰ। ਤੇ ਜਿਨ੍ਹਾਂ ਨੇ ਫਿਰ ਸਿਮਰਿਆ ਹੈ, 18 ਸਿੱਧੀ ਪਿੱਛੇ ਲੱਗੀਆਂ ਫਿਰਨ। ਸਿੱਧੀਆਂ ਦਾ ਇੱਥੇ ਅਰਥ ਕਾਮਯਾਬੀਆਂ ਨੇ, ਸਫਲਤਾਵਾਂ। ਉਹ ਜੋਗੀਆਂ ਵਾਲੀਆਂ ਸਿੱਧੀਆਂ ਨਹੀਂ, ਉਹ ਹੋਰ ਸਵਾਦ ਨੇ, ਉਹ ਬਾਹਰੀ ਸਵਾਦ ਨੇ। ਅਸੀਂ ਉੱਥੇ ਨਹੀਂ ਅਟਕ ਜਾਣਾ। ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਨੇ। ਅਸੀਂ ਇਹ ਮਾਇਆਵੀ ਸਵਾਦ ਨੇ ਨਵ ਨਿਧੀ 18 ਸਿੱਧੀਆਂ ਦੇ। ਪਰ ਜਿਹੜੀਆਂ ਵਾਹਿਗੁਰੂ ਜੀ ਦੀ ਰਹਿਮਤ ਵਿੱਚ ਮਿਲਣੀਆਂ, ਉਹ ਜੀਵਨ ਨੂੰ ਸਫਲ ਕਰਨ ਵਾਸਤੇ ਇਹ ਕਾਮਯਾਬੀਆਂ ਨੇ। ਨਿਜ ਘਰ ਵਸੈ ਨਿਜ ਥਾਏ, ਜਿਨ੍ਹਾਂ ਦੇ 18 ਸਿੱਧੀਆਂ ਕਾਮਯਾਬੀਆਂ ਜਿਨ੍ਹਾਂ ਦੇ ਕਦਮਾਂ ਨੂੰ ਛੂੰਹਦੀਆਂ ਨੇ, ਉਹ ਫਿਰ ਨਿਜ ਘਰ ਵਸੈ, ਉਹ ਸੁਰਤ ਮਨ ਕਰਕੇ ਆਪਣੇ ਘਰ ਵਿੱਚ, ਆ ਸਰੀਰ ਰੂਪੀ ਘਰ ਵਿੱਚ ਵਸਦੇ ਆ। ਆਤਮਿਕ ਮੰਡਲ ਨਿਜ ਥਾਏ, ਆਤਮਿਕ ਮੰਡਲ ਵਿੱਚ ਉਹਨਾਂ ਦਾ ਟਿਕਾਣਾ ਹੋ ਜਾਂਦਾ ਹੈ। ਉਹ ਆਤਮਿਕ ਮੰਡਲ ਦੇ ਵਿੱਚ ਟਿਕ ਜਾਂਦੇ ਆ। ਸਤਿਗੁਰੂ ਨੂੰ ਮਿਲ ਕੇ ਜਿਨ੍ਹਾਂ ਦੀ ਸੁਰਤ ਜਿਹੜੀ ਹੈ ਉਲਟ ਗਈ, ਭਾਵ ਜਿਨ੍ਹਾਂ ਦੀ ਸੋਚ ਬਦਲ ਗਈ, ਜਿਨ੍ਹਾਂ ਦੇ ਖਿਆਲ ਬਦਲ ਗਏ, ਉਹਨਾਂ ਦੇ ਜੀਵਨ ਵਿੱਚ ਇਹ ਬਖਸ਼ਿਸ਼ ਵਰਤਦੀ ਹੈ। ਅਨਹਦ ਤੁਨੀ ਸਦ ਵਜਦੇ, ਓਨ ਮਨ ਹਰ ਲਿਵ ਲਾਏ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ, ਜਿਨ ਮਸਤਕ ਲਿਖਿਆ ਧੁਰ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਨ੍ਹਾਂ ਦੀ ਅਵਸਥਾ ਹੋ ਗਈ ਕਿ ਨਿਜ ਘਰ ਵਸੈ ਨਿਜ ਥਾਏ। ਨਿਜ ਮੈਨੇ ਆਪਣਾ, ਆਪਣੇ ਘਰ ਦੇ ਵਿੱਚ ਵਸਦੇ ਆ। ਘਰ ਮੈਨੇ ਹਿਰਦਾ, ਘਰ ਦੇ ਅੰਦਰ ਇੱਕ ਹੋਰ ਘਰ ਹੈ ਨਿਜ ਥਾਏ, ਆਤਮਿਕ ਮੰਡਲ। ਉਸ ਆਤਮਿਕ ਮੰਡਲ ਵਿੱਚ ਜਾ ਕੇ ਜਦੋਂ ਪਹੁੰਚਦੇ ਆ ਤੇ ਅਨਹਦ ਧੁਨੀ ਸਦ ਵੱਜਦੇ, ਉੱਥੇ ਫਿਰ ਅਨਹਦ ਧੁਨੀ ਵੱਜਦੀ ਹੈ। ਉੱਥੇ ਫਿਰ ਇੱਕ ਰਸ ਬਣ ਜਾਂਦਾ ਹੈ, ਜਿਹੜਾ ਲਗਾਤਾਰ ਉਹ ਰਸ ਅੰਦਰ ਮਿਲਦਾ ਰਹਿੰਦਾ ਹੈ। ਉਹ ਅਨਹਦ ਧੁਨੀ ਅੰਦਰ ਵੱਜਦੀ ਹੈ। ਹੁਣ ਇੱਥੇ ਬਾਹਰੀ ਸਾਜ਼ ਦੀ ਲੋੜ ਨਹੀਂ, ਹੁਣ ਅੰਦਰ ਹੀ ਇੱਕ ਅਨਹਦ ਨਾਦ ਛਿੜ ਜਾਂਦਾ ਹੈ। ਕਿੱਥੇ ਛਿੜਦਾ ਹੈ? ਨਿਜ ਘਰ ਵਸੈ ਨਿਜ ਥਾਏ। ਘਰ ਮੈਨੇ ਹਿਰਦਾ, ਹਿਰਦੇ ਦੇ ਅੰਦਰ ਇੱਕ ਨਿਜ ਥਾਂ ਹੈ। ਉਹ ਥਾਂ ਜਿੱਥੇ ਤੱਕ ਅਸੀਂ ਆਪਣੀ ਸੋਚ ਸੁਰਤ ਨਾਲ ਨਹੀਂ ਪਹੁੰਚ ਸਕਦੇ, ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਗੁਪਤ ਹੈ ਥਾਂ, ਉਹ ਪ੍ਰਗਟ ਕਿਵੇਂ ਹੋਣਾ? ਗੁਰੂ ਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਉਹ ਜਿਨ੍ਹਾਂ ਨੇ ਗੁਰੂ ਦਰ ਤੇ ਭਾਵਨਾ ਨਾਲ ਜੁੜਨਾ ਕੀਤਾ, ਉਹਨਾਂ ਨੂੰ ਉਹ ਦਰ ਦਿਸਿਆ। ਤੇ ਉੱਥੇ ਫਿਰ ਹੁਣ ਅਨਹਦ ਧੁਨੀ ਛਿੜ ਪਈ। ਉੱਥੇ ਹੁਣ ਇੱਕ ਰਸ ਲਗਾਤਾਰ ਬਣ ਗਿਆ ਅੰਦਰ। ਤੇ ਜਦੋਂ ਅੰਦਰ ਇਹ ਧੁਨੀ ਵੀ ਛਿੜ ਪਈ ਤੇ ਇੱਕ ਰਸ ਵਾਲੀ ਖੇਡ ਵੀ ਬਣ ਗਈ। ਹੁਣ ਮਨ ਵਿੱਚ ਦੁਨਿਆਵੀ ਪਦਾਰਥਾਂ ਦੀ ਖਾਹਿਸ਼ ਪੈਦਾ ਨਹੀਂ ਹੁੰਦੀ। ਹੁਣ ਮਨ ਵਿੱਚ ਸੰਸਾਰੀ ਪਦਾਰਥਾਂ ਦੀ ਖਾਹਿਸ਼ਾਂ ਪੈਦਾ ਨਹੀਂ ਹੁੰਦੀਆਂ। ਇਹਨੂੰ ਹੀ ਕਹਿੰਦੇ ਆ ਸਤਿਗੁਰ ਮਿਲਿਆ ਉਲਟੀ ਭਈ। ਕਿਉਂਕਿ ਜਿਹੜਾ ਸਤਿਗੁਰੂ ਨੂੰ ਹਜੇ ਮਿਲਿਆ ਨਹੀਂ, ਉਹਦੇ ਮਨ ਵਿੱਚ ਤਾਂ ਪਾਠ ਕਰਦਿਆਂ ਵੀ ਖਾਹਿਸ਼ਾਂ ਸੰਸਾਰ ਦੇ ਮਾਇਆਵੀ ਪਦਾਰਥਾਂ ਦੀਆਂ ਹੀ ਬਣ ਰਹੀਆਂ ਨੇ।
ਉਹਨੇ ਮਨ ਵਿੱਚ ਕਈ ਪ੍ਰਕਾਰ ਦੀਆਂ ਇੱਛਾਵਾਂ ਬਣ ਰਹੀਆਂ ਨੇ, ਖਾਹਿਸ਼ਾਂ ਪੈਦਾ ਹੋ ਰਹੀਆਂ ਨੇ, ਪਰ ਜਿਹਦੇ ਅੰਦਰ ਇਹ ਅਵਸਥਾ ਬਣ ਗਈ, ਕਹਿੰਦੇ ਨੇ ਉਹਦੇ ਮਨ ਵਿੱਚ ਕੋਈ ਪਦਾਰਥਾਂ ਦੀ ਖਾਹਿਸ਼ ਨਹੀਂ ਉੱਥੇ ਹੁੰਦੀ ਹੈ। ਉਹਦੀ ਸੁਰਤ ਉੱਚੀ ਹੋ ਜਾਂਦੀ ਹੈ, ਤੇ ਜਦੋਂ ਸੁਰਤ ਉੱਚੀ ਹੋ ਜਾਏ, ਹਰ ਲਿਵ ਲਾਏ, ਉਹਦੀ ਸੁਰਤ, ਉਹਦੀ ਲਿਵ ਫਿਰ ਮਾਲਕ ਦੇ ਨਾਮ ਨਾਲ ਜੁੜ ਜਾਂਦੀ ਹੈ। ਇਸ ਲਈ ਸਾਹਿਬ ਜੀ ਨੇ ਆਖਿਆ, ਨਾਨਕ ਗੁਰੂ ਅਮਰਦਾਸ ਪਾਤਸ਼ਾਹ, ਹਰ ਭਗਤ ਤਿਨਾ ਕੈ ਮਨ ਵਸੈ। ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ, ਉਹਨਾਂ ਦੇ ਮਨ ਵਿੱਚ ਫਿਰ ਭਗਤੀ ਵਸ ਜਾਂਦੀ ਹੈ, ਭਗਤੀ ਦਾ ਰੰਗ ਚੜ ਜਾਂਦਾ ਹੈ। ਹੁਣ ਇੱਕ ਵਾਰ ਫਿਰ ਸਮਝ ਲੈਣਾ, ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵ ਲਾਏ, ਇਹ ਕਿਹਦੇ ਅੰਦਰ ਬਣਿਆ? ਨਾਨਕ ਹਰ ਭਗਤ ਤਿਨਾ ਕੈ ਮਨ ਵਸੈ। ਭਗਤੀ ਉਹਨਾਂ ਦੇ ਮਨ ਵਿੱਚ ਵਸਦੀ ਹੈ। ਉਹ ਕੌਣ ਨੇ? 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੈ ਨਿਜ ਥਾਏ। ਇਹ ਕੌਣ ਨੇ? ਸਾਹਿਬ ਜੀ ਕਹਿੰਦੇ ਆ, ਸਤਿਗੁਰ ਮਿਲਿਆ, ਜਿਹੜੇ ਸਤਿਗੁਰੂ ਨੂੰ ਮਿਲੇ ਨੇ। ਸਤਿਗੁਰੂ ਨੂੰ ਮਿਲਿਆ ਪਿਛਲਾ ਸਮਾਂ, ਜਿਹੜਾ ਸਮਾਂ ਬੀਤ ਗਿਆ ਨਾ, ਉਹ ਸਤਿਗੁਰੂ ਨੂੰ ਮਿਲ, ਕਿਉਂਕਿ ਅੱਗੇ ਤਾਂ ਫਲ ਅੱਗੇ ਮਿਲਣਾ ਹੈ। ਜੇ ਆਪਾਂ ਮਿਲਾਂਗੇ ਹੀ ਨਹੀਂ ਤੇ ਫਲ ਕਿੱਥੋਂ ਮਿਲਣਾ ਹੈ? ਜੇ ਅਸੀਂ ਬੀਜ ਪਾਇਆ ਸੀ ਮਹੀਨਾ ਪਹਿਲਾਂ ਤੇ ਤਾਂ ਅੱਜ ਫਲ ਮਿਲਿਆ ਨਾ, ਤੇ ਜੇ ਬੀਜ ਹੀ ਨਹੀਂ ਪਾਇਆ ਤੇ ਫਲ ਕਿੱਥੋਂ ਮਿਲੇਗਾ? ਜੇ ਸਤਿਗੁਰੂ ਨੂੰ ਮਿਲੇ ਹੀ ਨਹੀਂ ਆ ਤੇ ਫਿਰ ਫਲ ਕਿੱਥੋਂ ਮਿਲੇਗਾ? ਇਸ ਲਈ ਸਾਹਿਬ ਕਹਿੰਦੇ, ਜਿਨ ਮਸਤਕ ਲਿਖਿਆ ਧੁਰ ਪਾਏ। ਧੁਰ ਤੋਂ ਜਿਨ੍ਹਾਂ ਦੇ ਮਸਤਕ ਵਿੱਚ ਲਿਖ ਦਿੱਤਾ, ਉਹਨਾਂ ਨੇ ਫਿਰ ਅਨਹਦ ਧੁਨੀ ਨੂੰ ਪਾ ਲਿਆ, ਉਹਨਾਂ ਨੇ ਅੰਦਰ ਇੱਕ ਰਸ ਪਾ ਲਿਆ, ਉਹਨਾਂ ਦੀ ਲਿਵ ਨਿਰੰਕਾਰ ਨਾਲ ਜੁੜ ਗਈ। ਉਹਨਾਂ ਦੇ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਉਹਨਾਂ ਨੇ ਆਪਣੇ ਨਿਜ ਘਰ ਵਾਸਾ ਪਾ ਲਿਆ। ਜਦੋਂ ਧੁਰ ਤੋਂ ਕਰਤੇ ਨੇ ਲਿਖ ਦਿੱਤਾ ਵੀ ਇਹਦੇ ਜੀਵਨ ਵਿੱਚ ਆਹ ਖੇਡ ਵਰਤ ਜਾਏ, ਪਰ ਕਿਹਨਾਂ ਦੇ? ਸਾਹਿਬ ਜੀ ਕਹਿੰਦੇ ਆ, ਜਿਨ ਮਸਤਕ ਲਿਖਿਆ ਧੁਰ ਪਾਏ। ਧੁਰੋਂ ਇਹ ਬਖਸ਼ਿਸ਼ ਪਾਈ ਜਿਨ੍ਹਾਂ ਦੇ ਮਸਤਕ ਤੇ ਲਿਖਿਆ। ਹੁਣ ਕਿਹਨਾਂ ਦੇ ਲਿਖਿਆ? ਗੱਲ ਫਿਰ ਉੱਥੇ ਹੀ ਆ ਜਾਣੀ ਹੈ, ਸਤਿਗੁਰ ਮਿਲਿਆ। ਜਿਹੜੇ ਸਤਿਗੁਰੂ ਨੂੰ ਮਿਲੇ ਨੇ, ਉਹਨਾਂ ਦੇ ਮਸਤਕ ਤੇ ਆ ਲੇਖ ਲਿਖ ਕੇ ਬਖਸ਼ਿਸ਼ ਮਿਲਦੀ ਹੈ। ਹੁਣ ਜਿਹੜੇ ਮਿਲਦੇ ਹੀ ਮੜੀਆਂ ਮਸਾਣਾ ਨੂੰ, ਉਹਨਾਂ ਦੇ ਅੰਦਰ ਫਿਰ ਅਨਹਦ ਧੁਨੀ ਸਦ ਵੱਜਦੇ ਵਾਲੀ ਖੇਡ ਥੋੜੀ ਬਣਨੀ ਹੈ। ਜਿਹੜੇ ਮਿਲਦੇ ਹੀ ਅਧੂਰਿਆਂ ਨੂੰ ਨੇ, ਉਹਨਾਂ ਅੰਦਰ ਆ ਖੇਡ ਨਹੀਂ ਜੇ ਬਣਨੀ। ਧੁਰ ਤੋਂ ਮਾਲਕ ਦੇ ਹੁਕਮ ਨਾਲ ਉਹਨਾਂ ਅੰਦਰ ਇਹ ਖੇਡ ਬਣਨੀ ਹੈ, ਜਿਹੜੇ ਸਤਿਗੁਰੂ ਨੂੰ ਮਿਲੇ ਨੇ। ਤੇ ਸਤਿਗੁਰੂ ਦੇ ਅਰਥ ਬੜੀ ਵਾਰ ਆਪਾਂ ਵਿਚਾਰ ਚੁੱਕੇ ਹਾਂ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਹੜਾ ਸਤਿਪੁਰਖ ਨੂੰ ਜਾਣਦਾ ਹੈ। ਕਈ ਵਾਰੀ ਨਾ ਕੋਈ ਬੰਦਾ ਕਹਿੰਦਾ ਵੀ ਮੈਂ ਫਲਾਣੇ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ, ਤੇ ਤੁਸੀਂ ਸੁਭਾਵਕ ਪੁੱਛੋਗੇ ਵੀ ਤੂੰ ਉਹਨੂੰ ਕਿਵੇਂ ਜਾਣਦਾ? ਆਪਾਂ ਪੁੱਛਾਂਗੇ ਨਾ ਸੁਭਾਵਕ ਵੀ ਤੂੰ ਉਹਨੂੰ ਕਿਵੇਂ ਜਾਣਦਾ? ਫਿਰ ਉਹ ਦੱਸੇਗਾ ਵੀ ਮੈਂ ਕਿਵੇਂ ਜਾਣਦਾ। ਫਿਰ ਆਪਾਂ ਸਤਿਗੁਰੂ ਨੂੰ ਪੁੱਛੀਏ ਵੀ ਸਤਿਗੁਰੂ ਜੀ ਤੁਸੀਂ ਸਤਿਪੁਰਖ ਨੂੰ ਕਿਵੇਂ ਜਾਣਦੇ ਹੋ? ਤੇ ਫਿਰ ਸਤਿਗੁਰੂ ਜੀ ਕਹਿਣਗੇ, ਗੁਰ ਪਰਮੇਸ਼ਰ ਏਕੋ ਜਾਨ। ਉਹ ਕਹਿਣ ਲੱਗੇ, ਮੈਂ ਹੀ ਉਹ ਸਤਿਪੁਰਖ ਹਾਂ, ਮੈਂ ਹੀ ਸਤਿਗੁਰ ਹਾਂ। ਬਸ ਜੇ ਸਿੱਧਾ ਸਤਿਪੁਰਖ ਦੇ ਰੂਪ ਵਿੱਚ ਗੱਲ ਨਹੀਂ ਸੀ ਬਣਨੀ, ਇਸ ਲਈ ਸਤਿਗੁਰ ਦੇ ਰੂਪ ਰਾਹੀਂ ਤੈਨੂੰ ਸਤਿਪੁਰਖ ਸਮਝਾਇਆ। ਇਤਿਹਾਸ ਤੁਸੀਂ ਗੁਰੂ ਨਾਨਕ ਸਾਹਿਬ ਦਾ ਸੁਣ ਵੀ ਰਹੇ ਹੋ, ਸੁਣਿਆ ਵੀ ਬੜੀ ਵਾਰ ਹੈ। ਜਿਹੜਾ ਸਵਾਲ ਗੁਰੂ ਨਾਨਕ ਸਾਹਿਬ ਨੇ ਕਰਨਾ ਸੀ ਨਾ, ਉਹ ਗੁਰੂ ਸਾਹਿਬ ਖੇਡ ਐਸੀ ਬਣਾ ਦਿੰਦੇ ਸਨ ਕਿ ਜਿਹਨੂੰ ਕਰਨਾ ਸੀ ਸਵਾਲ, ਉਲਟਾ ਉਹ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ। ਤੇ ਜਦੋਂ ਉਹ ਸਵਾਲ ਕਰਦਾ, ਉਹਦੇ ਸਵਾਲ ਵਿੱਚ ਹੀ ਗੁਰੂ ਸਾਹਿਬ ਜਵਾਬ ਦੇ ਦਿੰਦੇ ਆ। ਹਾਲਾਂਕਿ ਸਿੱਧਾ ਵੀ ਸਵਾਲ ਕਰ ਸਕਦੇ ਸਨ, ਪਰ ਨਹੀਂ, ਪਤਾ ਵੀ ਜੇ ਸਿੱਧਾ ਸਵਾਲ ਕੀਤਾ ਇਹਨੂੰ ਸਮਝ ਨਹੀਂ ਆਏਗੀ, ਉਲਟਾ ਗਲ ਪੈ ਜਾਏਗਾ। ਫਿਰ ਉਹਨੂੰ ਕਿਸੇ ਜੁਗਤੀ ਦੇ ਰਾਹੀਂ ਮਹਾਰਾਜ ਉਹਦੇ ਕੋਲੋਂ ਹੀ ਸਵਾਲ ਕਰਵਾ ਕੇ ਉਹਦੇ ਹੀ ਸਵਾਲ ਵਿੱਚ ਉਹਦਾ ਜਵਾਬ ਦੇ ਦਿੰਦੇ ਆ। ਇਸੇ ਤਰ੍ਹਾਂ ਸਤਿਪੁਰਖ ਸਿੱਧਾ ਸਾਨੂੰ ਸਮਝ ਨਹੀਂ ਆਏਗਾ, ਉਹਨੂੰ ਸਤਿਗੁਰ ਦੇ ਰਾਹੀਂ ਸਮਝਣਾ ਪੈਣਾ ਹੈ। ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਜਿਨ੍ਹਾਂ ਦੇ ਮਸਤਕ ਉੱਤੇ ਧੁਰ ਤੋਂ ਲਿਖਿਆ, ਉਹਨਾਂ ਨੇ ਫਿਰ ਭਗਤੀ ਆਪਣੇ ਮਨ ਵਿੱਚ
ਵਸਾ ਲਈ। ਭਗਤੀ ਦਾ ਰੰਗ ਚੜ ਗਿਆ ਉਹਨਾਂ ਅੰਦਰ ਅਨਹਦ ਧੁਨੀ ਵੱਜ ਪਈ, ਉਹਨਾਂ ਦੇ ਮਨ ਵਿੱਚੋਂ ਖਾਹਿਸ਼ਾਂ ਖਤਮ ਹੋ ਗਈਆਂ। ਪਰ ਇਹ ਸਭ ਕੁਝ ਹੋਇਆ ਕਿਵੇਂ ਹੈ? ਸਤਿਗੁਰ ਮਿਲਿਆ, ਸਤਿਗੁਰੂ ਨੂੰ ਮਿਲ ਕੇ। ਤੇ ਗੁਰੂ ਅਮਰਦਾਸ ਪਾਤਸ਼ਾਹ ਤੋਂ ਵੱਧ ਕੌਣ ਜਾਣ ਸਕਦਾ ਹੈ? ਬਾਹਰ ਦੀਆਂ ਯਾਤਰਾਵਾਂ ਹੁੰਦੀਆਂ ਰਹੀਆਂ ਨੇ, ਖਾਹਿਸ਼ਾਂ ਅੰਦਰ ਖਤਮ ਨਹੀਂ ਹੋਈਆਂ, ਪਰ ਜਿੱਦਣ ਸਤਿਗੁਰੂ ਨੂੰ ਮਿਲੇ ਨੇ ਉਸ ਦਿਨ ਅਵਸਥਾ ਹੀ ਕੁਝ ਹੋਰ ਹੋ ਗਈ। ਤੇ ਰੋਜ਼ ਸਾਨੂੰ ਮਹਾਰਾਜ ਕਹਿੰਦੇ ਇਹ ਗੱਲ ਨੂੰ ਕੇਵਲ ਪੜ੍ਹ ਨਾ, ਕੇਵਲ ਸੁਣ ਨਾ, ਇਹਨੂੰ ਸਮਝ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਸਤਿਗੁਰੂ ਨੂੰ ਮਿਲ ਕੇ ਪਾਇਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਤੇ ਗੁਰੂ ਦੇ ਰਾਹੀਂ ਜਾਣਿਆ ਜਾਣਾ ਵੀ ਆਨੰਦ ਕਹਿੰਦੇ ਕਿਹਨੂੰ ਮੈਂ। ਗੁਰੂ ਤੋਂ ਬਿਨਾਂ ਇਹ ਗੱਲ ਸਮਝ ਵਿੱਚ ਨਹੀਂ ਆਏਗੀ। ਕਹਿਣ ਨੂੰ ਆਪਾਂ ਸੁਣ ਸੁਣ ਕੇ ਆਨੰਦ ਹੈ ਕਰੀ ਜਾਈਏ, ਪਰ ਆਨੰਦ ਹੁੰਦਾ ਕੀ ਹੈ ਇਹ ਤੇ ਗੁਰੂ ਸਾਹਿਬ ਤੋਂ ਪਤਾ ਲੱਗਣਾ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਉਹਨਾਂ ਦੇ ਮਸਤਕ ਤੇ ਧੁਰੋਂ ਮਾਲਕ ਨੇ ਲਿਖਿਆ, ਤੇ ਇਹ ਸਾਰੀਆਂ ਬਖਸ਼ਿਸ਼ਾਂ ਮਿਲੀਆਂ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਆਪਣੀ ਸੁਰਤ ਨੂੰ ਉਲਟਾ ਲਿਆ, ਆਪਣੀ ਸੋਚ ਬਦਲ ਲਈ, ਆਪਣੇ ਖਿਆਲ ਬਦਲ ਲਏ, ਆਪਣੀਆਂ ਆਦਤਾਂ ਬਦਲ ਲਈਆਂ, ਆਪਣਾ ਰਸਤਾ ਬਦਲ ਲਿਆ। ਫਿਰ ਧੁਰ ਤੋਂ ਮਾਲਕ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ। ਹਰ ਭਗਤ ਤਿਨਾ ਕੈ ਮਨ ਵਸੈ। ਉਹਨਾਂ ਦੇ ਮਨ ਵਿੱਚ ਭਗਤੀ ਵਸਦੀ ਹੈ, ਉਹਨਾਂ ਦੇ ਮਨ ਦੇ ਵਿੱਚ ਫਿਰ ਭਗਤੀ ਦਾ ਜਾਗ ਲੱਗ ਜਾਂਦਾ ਹੈ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਹੁਣ ਜੋ ਮੂਲ ਵਿਚਾਰ ਹੈ ਸ਼੍ਰੀ ਰਾਗ ਕੀ ਵਾਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ, ਔਰ ਜਿਹਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਲੋਕ ਦਾ ਸੁਮੇਲ ਕੀਤਾ ਹੈ। ਔਰ ਇੱਥੇ ਅੱਜ ਇਹ ਇਸ ਵਾਰ ਦੀ ਸਮਾਪਤੀ ਵੀ ਹੈ। ਜੋ ਸ਼੍ਰੀ ਰਾਗ ਕੀ ਵਾਰ ਆਰੰਭ ਹੋਈ ਸੀ ਉਹਦੀ ਅੱਜ ਇੱਥੇ ਸਮਾਪਤੀ ਵੀ ਹੈ। ਅੱਗੋਂ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਜੋ ਅੰਮ੍ਰਿਤਮਈ ਬਚਨ ਆਰੰਭ ਹੋਣਗੇ। ਖੈਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਹਉ, ਹਉ ਦਾ ਅਰਥ ਹੈ ਮੈਂ, ਢਾਡੀ ਦਾ ਅਰਥ ਹੈ ਉਸ ਮਾਲਕ ਦਾ ਜਸ। ਆਪਾਂ ਕਹਿੰਦੇ ਹਾਂ ਢੱਡ ਵਜਾਉਣ ਵਾਲਾ, ਤੇ ਢਾਡੀ ਦਾ ਅਰਥ ਹੁੰਦਾ ਜਿਹੜਾ ਵਾਰ, ਕਿਉਂਕਿ ਇਹ ਵਾਰ ਹੈ ਨਾ, ਤੇ ਢਾਡੀ ਵਾਰਾਂ ਹੀ ਗਾਉਂਦੇ ਆ। ਜਿਸ ਵਾਰਾਂ ਦੇ ਵਿੱਚ ਵੀਰ ਰਸ ਭਰਿਆ ਹੁੰਦਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਉਤੇ ਜਿਹੜੇ ਢਾਡੀ ਆਉਂਦੇ ਆ, ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ, ਉਹਨਾਂ ਨੇ ਵਾਰ ਹੀ ਗਾਈ ਸੀ ਜਦੋਂ ਗੱਲ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਖਤ ਤੇ ਤੁਸੀਂ ਵੀ ਬੈਠੇ ਹੋ, ਤੇ ਤਖਤ ਤੇ ਦਿੱਲੀ ਦਾ ਬਾਦਸ਼ਾਹ ਵੀ ਬੈਠਾ ਹੈ। ਦਸਤਾਰ ਤੁਹਾਡੇ ਵੀ ਸਿਰ ਦੇ ਉੱਤੇ ਹੈ, ਤੇ ਦਸਤਾਰ ਜਹਾਂਗੀਰ ਦੇ ਸਿਰ ਤੇ ਵੀ ਹੈ। ਤੁਹਾਡੇ ਕੋਲ ਵੀ ਪਾਤਸ਼ਾਹੀ ਹੈ, ਤੇ ਉਹਦੇ ਕੋਲ ਵੀ ਪਾਤਸ਼ਾਹੀ ਹੈ। ਪਰ ਫਰਕ ਕੀ ਹੈ ਕਿ ਉਹ ਜਿਹੜਾ ਪਾਤਸ਼ਾਹ ਦਿੱਲੀ ਦੇ ਤਖਤ ਤੇ ਬੈਠਾ ਨਾ, ਉਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਉਹ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਚਲੋ ਢਾਡੀ ਦੀ ਵੀ ਗੱਲ ਚੱਲੀ, ਦਸਤਾਰ ਦੀ ਵੀ ਚੱਲੀ। ਅੱਜ ਦਸਤਾਰ ਦਿਵਸ ਵੀ ਹੈ। ਹਾਲਾਂਕਿ ਸਾਡਾ ਦਸਤਾਰ ਦਿਵਸ ਇੱਕ ਦਿਨ ਦਾ ਨਹੀਂ ਹੋਣਾ ਚਾਹੀਦਾ। ਅਸੀਂ ਨਾ ਪੜ੍ਹੇ ਲਿਖੇ ਬਹੁਤ ਹੁੰਦੇ ਜਾ ਰਹੇ ਹਾਂ, ਅਸੀਂ ਬਾਹਰੋਂ ਤਰੱਕੀਆਂ ਤੇ ਬਹੁਤ ਕਰਦੇ ਜਾ ਰਹੇ ਹਾਂ, ਪਰ ਕੁਝ ਦਿਨ ਚੋਣਵੇਂ ਰੱਖ ਦਿੰਦੇ ਹਾਂ ਵੀ ਬਸ ਇੱਕ ਦਿਨ ਹੀ ਚੇਤੇ ਕਰੋ ਤੇ ਮੁੜ ਕੇ ਚੇਤੇ ਨਾ ਕਰੋ। ਅਸੀਂ ਮਾਂ-ਬਾਪ ਲਈ ਵੀ ਇੱਕ ਦਿਨ ਰੱਖ ਦਿੱਤਾ ਵੀ ਅੱਜ ਮਾਂ ਦਾ ਦਿਨ ਹੈ, ਅੱਜ ਪਿਤਾ ਦਾ ਦਿਨ ਹੈ। ਕੀ ਮਾਂ-ਬਾਪ ਲਈ ਪਿਆਰ ਕੇਵਲ ਇੱਕ ਦਿਨ ਲਈ ਰਹਿ ਗਿਆ ਸਾਡਾ? ਸਾਡਾ ਤੇ ਦਿਲ ਵਿੱਚ ਪਿਆਰ ਮਾਤਾ ਪਿਤਾ ਦੇ ਪ੍ਰਤੀ ਹਰ ਪਲ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਚੱਲਦੇ ਚੱਲਦੇ ਫਿਰ ਇੱਕ ਦਿਨ ਹੀ ਰਹਿ ਜਾਣਾ ਸਾਡਾ ਗੁਰਦੁਆਰੇ ਤੱਕ, ਵੀ ਇੱਕ ਦਿਨ ਗੁਰੂ ਦਰ ਤੇ ਜਾਓ ਤੇ ਉਸ ਦਿਨ ਨੂੰ ਮਨਾ ਲਓ। ਅਸੀਂ ਦਸਤਾਰ ਸਾਡੀ ਆਨ ਤੇ ਸਾਡੀ ਸ਼ਾਨ ਹੈ।
ਜਦੋਂ ਇਹਨਾਂ ਨੇ ਵਾਰ ਗਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਖਲੋ ਕੇ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਤੇ ਉੱਥੇ ਕੀ ਆਖਿਆ ਸੀ? ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਜੀ, ਦਸਤਾਰ ਤੇਰੀ ਕੀ ਜਹਾਂਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕੀ ਦਾ ਮਤਲਬ ਉਧਰ ਕਹਿ ਰਿਹਾ ਜਹਾਂਗੀਰ ਵੱਲ, ਵੀ ਤੇਰੀ ਪੱਗ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਪੱਗ ਵੀ ਦਸਤਾਰ ਵੇਖ ਕੇ, ਤੇ ਜਦੋਂ ਜਹਾਂਗੀਰ ਦੀ ਦੇਖਦੇ ਆ ਤੇ ਫਿਰ ਕਹਿੰਦੇ ਆ ਕੀ ਹੈ ਇਹ, ਕੀ ਮੁਕਾਬਲਾ ਕਰ ਲੇਗੀ ਤੁਹਾਡੀ ਇਸ ਪੱਗ ਦਾ। ਜਹਾਂਗੀਰ ਦੀ ਪੱਗ ਤੁਹਾਡੀ ਪੱਗ ਦਾ ਮੁਕਾਬਲਾ ਨਹੀਂ ਕਰ ਸਕਦੀ, ਉਹ ਤਖਤ ਤੁਹਾਡੇ ਤਖਤ ਦਾ ਮੁਕਾਬਲਾ ਨਹੀਂ ਕਰ ਸਕਦਾ। ਦਸਤਾਰ ਸ਼ਬਦ ਫਾਰਸੀ ਦਾ ਹੈ। ਚਲੋ ਆਪਾਂ ਨਾਲ ਉਹ ਵਿਚਾਰ ਕਰਦੇ ਚੱਲੀਏ। ਅੱਜ ਜ਼ਰੂਰਤ ਹੈ ਸਾਡੇ ਨੌਜਵਾਨਾਂ ਨੂੰ, ਆਪਾਂ ਵੈਸੇ ਜ਼ੋਰ ਦੇ ਰਹੇ ਹਾਂ ਨਾ, 1-2 ਐਸੇ ਵੀ ਦੇਖਣ ਨੂੰ ਬਜ਼ੁਰਗ ਮਿਲੇ ਆ ਜਿਨ੍ਹਾਂ ਨੂੰ ਹਜੇ ਤੱਕ ਦਸਤਾਰ ਸਜਾਉਣੀ ਨਹੀਂ ਆਉਂਦੀ। ਜਦੋਂ ਕਿਤੇ ਜਾਂਦੇ ਆ ਨਾ ਪ੍ਰੋਗਰਾਮ ਜਾਂ ਵਿਆਹ ਸ਼ਾਦੀ ਤੇ ਬਕਾਇਦਾ ਪਗੜੀ ਸੈਂਟਰ ਜਾ ਕੇ ਉੱਥੇ ਜਾ ਕੇ ਪੈਸੇ ਦੇ ਕੇ ਸਜਾ ਕੇ ਆਉਂਦੇ ਆ। ਉਮਰ ਕਿੰਨੀ ਹੋ ਗਈ? 50 ਸਾਲ। ਉਮਰ ਕਿੰਨੀ ਹੋ ਗਈ? 40 ਸਾਲ। 40-50 ਸਾਲ ਦੀ ਉਮਰ ਹੋ ਗਈ ਹੈ, ਪਰ ਹਜੇ ਤੱਕ ਵੀ ਦਸਤਾਰ ਸਜਾਉਣੀ ਨਹੀਂ ਆਈ ਹੈ। ਪੈਸੇ ਦੇ ਕੇ ਬਕਾਇਦਾ ਦੁਕਾਨ ਤੇ ਜਾ ਕੇ ਫਿਰ ਉਹ ਸਿਰ ਤੇ ਸਜਾ ਕੇ ਆਉਂਦੇ ਆ। ਇਹਦਾ ਮਤਲਬ ਸਾਨੂੰ ਇਹਦੀ ਅਹਿਮੀਅਤ ਦਾ ਪਤਾ ਹੀ ਨਹੀਂ ਹੈ ਕਿ ਇਹਦੇ ਪਿੱਛੇ ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੀਆਂ ਕੁਰਬਾਨੀਆਂ ਹੋਈਆਂ, ਸਾਨੂੰ ਪਤਾ ਹੀ ਨਹੀਂ ਹੈ। ਪਰ ਖੁਸ਼ੀ ਵੀ ਇਸ ਗੱਲ ਦੀ ਹੈ ਕਿ ਅੱਜ ਜਿੱਥੇ ਲੰਗਰ ਦਾਲ ਪ੍ਰਸ਼ਾਦੇ ਦੇ ਲੱਗਦੇ ਆ, ਉੱਥੇ ਦਸਤਾਰਾਂ ਦੇ ਲੰਗਰ ਵੀ ਅੱਜ ਲੱਗ ਰਹੇ ਆ। ਵੰਡੀਆਂ ਜਾ ਰਹੀਆਂ ਨੇ ਦਸਤਾਰਾਂ ਲੰਗਰ ਦੇ ਰੂਪ ਵਿੱਚ ਵੀ। ਆਓ ਆਪਣੇ ਸਿਰਾਂ ਤੇ ਦਸਤਾਰ ਸਜਾਓ, ਕਿਉਂਕਿ ਇੱਕ ਆਵਾਜ਼ਾਂ ਐਸਾ ਵੀ ਦਿੱਤਾ ਗਿਆ ਸੀ ਕਿ ਜੱਟਾ ਆਪਣੀ ਪਗੜੀ ਸੰਭਾਲ। ਇੱਕ ਲਹਿਰ ਚੱਲੀ ਸੀ ਪਿਛਲੇ ਸਮੇਂ, ਕਿਉਂਕਿ ਅਸੀਂ ਪਗੜੀ ਸੰਭਾਲਣੀ ਆਪਣੀ ਭੁੱਲ ਗਏ। ਥੋੜਾ ਜਿਹਾ ਇਸ ਤਰ੍ਹਾਂ ਇਹਨੂੰ ਜਿਹੜਾ ਆਪ ਜੀ ਸਨਮੁਖ ਰੱਖਾਂ। ਦਸਤਾਰ ਸ਼ਬਦ ਵੈਸੇ ਫਾਰਸੀ ਦਾ ਹੈ, ਜਿਹੜੀ ਹੱਥਾਂ ਦੇ ਨਾਲ ਤਾਰ ਦੇ ਰੂਪ ਵਿੱਚ ਉਹ ਬਸਤਰ ਜਿਹਨੂੰ ਆਪਾਂ ਪੂਣੀ ਕਰਕੇ ਸਜਾਉਂਦੇ ਆ। ਇਹ ਪਗੜੀ ਸ਼ਬਦ ਵੀ ਆਇਆ ਤੇ ਪੱਗ ਸ਼ਬਦ ਵੀ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਹ ਸ਼ਬਦ ਆਏ ਨੇ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਹਾਲਾਂਕਿ ਇਹ ਭਗਤ ਸਾਹਿਬਾਨਾਂ ਵੱਲੇ ਨਾਮਦੇਵ ਜੀ ਦੇ ਬੋਲ ਨੇ। ਇਹਦਾ ਮਤਲਬ ਦਸਤਾਰ ਕੋਈ ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਈ ਹੈ। ਦਸਤਾਰ, ਇਹ ਪਗੜੀ, ਇਹ ਪੱਗ ਬਹੁਤ ਪੁਰਾਤਨ ਸੱਭਿਆਚਾਰ ਦੇ ਵਿੱਚ ਇੱਕ ਸਾਡਾ ਹਿੱਸਾ ਹੈ। ਜਿੰਨੇ ਵੀ ਪੁਰਾਤਨ ਪੀਰ ਪੈਗੰਬਰ ਹੋਏ ਨੇ ਉਹ ਸਾਰੇ ਪਗੜੀ ਧਾਰੀ ਹੋਏ ਨੇ। ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ, ਫਰੀਦਾ ਮੈਂ ਭੁਲਾਵਾ ਪੱਗ ਦਾ, ਉਹਨਾਂ ਨੇ ਪੱਗ ਜ਼ਿਕਰ ਕੀਤਾ। ਨਾਮਦੇਵ ਜੀ ਨੇ ਪਗੜੀ ਸ਼ਬਦ ਵਰਤਿਆ ਹੈ। ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਕਹਿਣ ਲੱਗੇ ਆ ਮੇਰੀ ਜਿਹੜੀ ਪੱਗ ਹੈ ਇਹ ਕਿਤੇ ਮਤਾ ਮੈਲੀ ਹੋ ਜਾਏ। ਗਹਿਲਾ ਰੂ ਨਾ ਜਾਣਈ ਸਿਰ ਵੀ ਮਿੱਟੀ ਖਾਏ। ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ। ਔਰ ਇਸ ਦਸਤਾਰ, ਇਸ ਪਗੜੀ ਦੇ ਪਿੱਛੇ ਮੋਰਚੇ ਵੀ ਬੜੇ ਲੱਗੇ ਨੇ, ਇਹ ਵੀ ਧਿਆਨ ਰੱਖਣਾ। ਦਸਤਾਰ ਸਜਾਉਣ ਲਈ ਮੋਰਚੇ ਵੀ ਲਾਉਣੇ ਪਏ ਆ ਗੁਰੂ ਕੇ ਸਿੱਖਾਂ ਨੂੰ। ਇਹ ਸਾਡੀ ਆਨ ਸ਼ਾਨ ਹੈ, ਅਸੀਂ ਇਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ ਹਾਂ, ਅਸੀਂ ਦਸਤਾਰ ਤੋਂ ਬਿਨਾਂ ਨਹੀਂ ਰਹਿ ਸਕਦੇ। ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਨਾ, ਦੂਸਰਾ ਵਿਸ਼ਵ ਯੁੱਧ, ਅੰਗਰੇਜ਼ਾਂ ਨੇ ਜਿਹੜੇ ਸਾਡੇ ਸਿੱਖ ਫੌਜੀ ਸਨ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਲੋਹੇ ਦਾ ਹੈਲਮਟ ਪਾਓ। ਇਹ ਦੂਸਰਾ ਵਿਸ਼ਵ ਯੁੱਧ ਜਦੋਂ ਲੱਗਾ, ਉਹਨਾਂ ਆਖਿਆ ਵੀ ਤੁਸੀਂ ਹੈਲਮਟ ਲੋਹੇ ਦਾ ਪਾਓ, ਤੇ ਗੁਰੂ ਕੇ ਸਿੱਖਾਂ ਨੇ ਆਖਿਆ ਨਹੀਂ, ਅਸੀਂ ਦਸਤਾਰ ਹੀ ਸਜਾਉਂਦੇ ਹਾਂ, ਦਸਤਾਰ ਹੀ ਸਜਾਉਣੀ ਆ, ਅਸੀਂ ਲੋਹੇ ਦਾ ਹੈਲਮਟ ਨਹੀਂ ਪਾਉਣਾ। ਉਹਨਾਂ ਆਖਿਆ ਫਿਰ ਜੇ ਤੁਹਾਡੇ ਸਿਰ ਵਿੱਚ ਗੋਲੀਆਂ ਲੱਗੀਆਂ ਨਾ, ਅੰਗਰੇਜ਼ ਨੇ ਆਖਿਆ ਵੀ ਜੇ ਤੁਹਾਡੇ ਸਿਰ ਵਿੱਚ ਗੋਲੀਆਂ ਲੱਗੀਆਂ, ਤੁਸੀਂ ਇਸ ਯੁੱਧ ਵਿੱਚ ਮਾਰੇ ਗਏ, ਤੇ ਜਿਹੜੀਆਂ ਤੁਹਾਡੀਆਂ ਪਤਨੀਆਂ ਘਰ ਵਾਲੀਆਂ ਵਿਧਵਾ ਹੋ ਜਾਣਗੀਆਂ, ਅਸੀਂ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦੇਵਾਂਗੇ।
ਤੇ ਗੁਰੂ ਕੇ ਸਿੱਖਾਂ ਨੇ ਆਖਿਆ ਸਾਨੂੰ ਤੁਹਾਡੀ ਪੈਨਸ਼ਨ ਦੀ ਲੋੜ ਨਹੀਂ ਹੈ, ਅਸੀਂ ਆਪਣੀ ਦਸਤਾਰ ਨੂੰ ਸੰਭਾਲਿਆ ਹੈ ਤੇ ਦਸਤਾਰ ਨੂੰ ਹੀ ਸੰਭਾਲ ਕੇ ਰੱਖਣਾ ਹੈ, ਸਾਨੂੰ ਤੁਹਾਡੀ ਪੈਨਸ਼ਨ ਦੀ ਲੋੜ ਨਹੀਂ, ਅਸੀਂ ਦਸਤਾਰ ਸਮੇਤ ਹੀ ਗੋਲੀਆਂ ਖਾਣ ਵਾਸਤੇ ਤਿਆਰ ਹਾਂ। ਤੇ ਅੱਜ ਅਸੀਂ ਇੰਨੇ ਕਮਜ਼ੋਰ ਪੈ ਗਏ ਹਾਂ ਵੀ ਕੋਈ ਪ੍ਰੋਗਰਾਮ, ਕੋਈ ਵਿਆਹ ਸ਼ਾਦੀ ਆਵੇ ਤਾਂ ਜਾ ਕੇ ਪੈਸੇ ਦੇ ਕੇ ਆਪਾਂ ਸਜਾ ਕੇ ਬਣਵਾ ਕੇ ਆਉਂਦੇ ਹਾਂ, ਉੱਦਾਂ ਵਰਨਾ ਸ਼ੌਂਕ ਹੀ ਨਹੀਂ, ਛੋਟਾ ਜਿਹਾ ਪਟਕਾ ਬੰਨ੍ਹ ਲਓ, ਠੀਕ ਹੈ ਬਸ। ਨਵੇਂ ਡਿਜ਼ਾਈਨ ਆ ਰਹੇ ਆ, ਸਾਡੇ ਨੌਜਵਾਨਾਂ ਨੂੰ ਸ਼ੌਂਕ ਪੈਦਾ ਹੋ ਰਹੇ ਆ, ਪਰ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਦਸਤਾਰ ਦਾ ਅਰਥ ਵੀ ਤੇ ਪਤਾ ਲੱਗੇ। ਇਹਦੇ ਕਿੰਨੀਆਂ ਕੁਰਬਾਨੀਆਂ ਇਹਦੇ ਪਿੱਛੇ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠਦੇ ਆ ਤੇ ਗੁਰੂ ਸਾਹਿਬ ਕਹਿੰਦੇ ਦਸਤਾਰਾਂ ਸਜਾਇਆ ਕਰੋ ਅੱਜ ਤੋਂ ਬਾਅਦ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਆ ਵਿਸਾਖੀ ਦਾ ਪੁਰਬ ਹੈ, ਖਾਲਸਾ ਪੰਥ ਦਾ ਸਾਜਨਾ ਦਿਵਸ ਹੈ। ਉਸ ਤੋਂ ਪਹਿਲਾਂ ਇਹ 13 ਜਿਹੜੀ ਆ ਅੱਜ ਦੀ ਤਰੀਕ ਹੈ, ਇਹ ਤਕਰੀਬਨ 10-12 ਸਾਲਾਂ ਤੋਂ ਦਸਤਾਰ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ। ਕਿਉਂ ਕੀਤਾ? ਕਿਉਂਕਿ ਪਤਾ ਲੱਗ ਜਾਏ ਕਿ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਕਿਉਂ ਕੀਤੀ ਹੈ। ਜਿਹੜੇ 5 ਪਿਆਰੇ ਗੁਰੂ ਸਾਹਿਬ ਜੀ ਨੇ ਸਾਜੇ ਆ, ਸ੍ਰੀ ਕੇਸਗੜ੍ਹ ਸਾਹਿਬ ਦੇ ਅਸਥਾਨ ਤੇ ਖਾਲਸਾ ਪ੍ਰਗਟ ਕੀਤਾ ਹੈ, ਉਹ ਕਿਉਂ ਕੀਤਾ ਹੈ? ਉਸ ਤੋਂ ਇੱਕ ਦਿਨ ਪਹਿਲਾਂ ਇਹ ਦਸਤਾਰ ਦਿਵਸ ਇਸੇ ਲਈ ਰੱਖਿਆ ਗਿਆ। ਇਹ ਕੇਵਲ ਇੱਕ ਦਿਨ ਵਾਸਤੇ ਨਹੀਂ ਹੈ। ਅਸੀਂ ਹਰ ਰੋਜ਼ ਰਹਿਤ ਮਰਿਆਦਾ ਪੜ੍ਹ ਕੇ ਵੇਖੋ, ਉਹਦੇ ਵਿੱਚ ਲਿਖਿਆ ਵੀ ਰੋਜ਼ ਕੰਗਾਂ ਵਿੱਚ, ਕੇਸਾਂ ਵਿੱਚ ਕੰਗਾ ਫੇਰਨਾ, ਔਰ ਰੋਜ਼ ਤੁਸੀਂ ਆਪਣੀ ਦਸਤਾਰ ਜਿਹੜੀ ਹੈ ਉਹ ਸਜਾਉਣੀ ਹੈ। ਕਈਆਂ ਨੇ ਦਸਤਾਰ ਨੂੰ ਵੀ ਟੋਪੀ ਹੋਈ ਬਣਾਇਆ ਹੋਇਆ ਹੈ, ਇੱਦਾਂ ਹੀ ਬਸ ਰੱਖ ਲਿਓ ਤੇ ਇੱਦਾਂ ਹੀ ਉਤਾਰ ਦਿਓ। ਕਹਿੰਦੇ ਟਾਈਮ ਹੀ ਨਹੀਂ ਹੁੰਦਾ, ਕੀ ਕਰੀਏ, ਟਾਈਮ ਸਾਡੇ ਕੋਲ ਹੁੰਦਾ ਹੀ ਨਹੀਂ ਹੈ। ਕਿਹੜਾ ਹੁਣ ਪਹਿਲਾਂ ਖੋਲੇਗਾ, ਫਿਰ ਇਹਨੂੰ ਪੂਣੀ ਕਰੇਗਾ, ਫਿਰ ਇਹਨੂੰ ਇੱਕ ਇੱਕ ਕਰਕੇ ਸਜਾਏਗਾ, ਇੰਨਾ ਵੀ ਟਾਈਮ ਨਹੀਂ ਸਾਡੇ ਕੋਲ। ਉੱਦਾਂ ਹੀ ਅਸੀਂ ਰੱਖ ਲਈ, ਉੱਦਾਂ ਹੀ ਲਾਤੀ, ਉੱਦਾਂ ਹੀ ਪਾ ਲਈ, ਫਿਰ ਇਹਦੇ 'ਚ ਤੇ ਟੋਪੀ 'ਚ ਕੀ ਫਰਕ ਹੈ। ਦਸਤਾਰ ਇੱਕ ਜ਼ਿੰਮੇਵਾਰੀ ਵੀ ਹੈ। ਆਪ ਜੀ ਨੂੰ ਪਤਾ ਹੈ ਕਿ ਜਦੋਂ ਕਿਸੇ ਪਿਤਾ, ਪਤਾ ਹੈ ਆਪ ਜੀ ਨੂੰ, ਜਦੋਂ ਕਿਸੇ ਪੁੱਤਰ ਦਾ ਪਿਤਾ ਸਰੀਰ ਛੱਡ ਜਾਏ ਉਦੋਂ ਵੀ ਇੱਕ ਦਸਤਾਰ ਦਿੱਤੀ ਜਾਂਦੀ ਹੈ। ਉਹ ਕੋਈ ਰਸਮ ਨਹੀਂ ਹੈ। ਉਹ ਕਿਉਂ ਦਿੱਤੀ ਜਾਂਦੀ ਹੈ? ਜ਼ਿੰਮੇਵਾਰੀ ਦੀ ਦਸਤਾਰ ਹੈ ਕਿ ਅੱਜ ਤੋਂ ਪਿਤਾ ਦੀਆਂ ਜ਼ਿੰਮੇਵਾਰੀਆਂ ਤੂੰ ਨਿਭਾਉਣੀਆਂ ਨੇ। ਉਹ ਰਸਮ ਨਹੀਂ ਹੈ। ਠੀਕ ਹੈ, ਆਪਾਂ ਰਸਮ ਬਣਾ ਦਿੱਤੀ ਹੈ, ਪਰ ਉਹ ਦਸਤਾਰ ਹੁੰਦੀ ਹੈ ਜ਼ਿੰਮੇਵਾਰੀ ਵਾਸਤੇ। ਤੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਦਿੱਤੀ ਹੈ, ਕੇਸ ਦਿੱਤੇ, ਜੂੜਾ ਦਿੱਤਾ, ਕੰਘਾ ਦਿੱਤਾ, ਇਹ ਜ਼ਿੰਮੇਦਾਰੀ ਲਈ ਦਿੱਤਾ ਵੀ ਮੇਰੇ ਪੁੱਤਰੋ, ਇਹ ਜ਼ਿੰਮੇਦਾਰੀ ਹੈ ਤੁਹਾਡੀ, ਤੁਸੀਂ ਸਿੱਖੀ ਨੂੰ ਕਿਵੇਂ ਸੰਭਾਲ ਕੇ ਰੱਖਣਾ ਹੈ। ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ, ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਮੇਰੇ ਪੁੱਤਰੋ ਤੁਸੀਂ ਇਹ ਜ਼ਿੰਮੇਵਾਰੀ ਸੰਭਾਲੋ। ਤੇ ਪੁੱਤਰ ਫੈਸ਼ਨ ਦੀ ਦੁਨੀਆ ਵਿੱਚ ਗੁੰਮ ਹੋ ਗਏ। ਇੱਕ ਦਿਨ ਬੇਨਤੀ ਕੀਤੀ ਸੀ, ਗੁਰੂ ਸਾਹਿਬ ਬੜੇ ਖੁਸ਼ ਹੋਏ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਉਦੋਂ ਬੜੇ ਖੁਸ਼ ਹੋਏ ਤੇ ਅੱਜ ਲੱਭਦੇ ਨੇ ਕਿ ਮੇਰੇ ਪੁੱਤਰ ਕਿੱਥੇ ਨੇ, ਕਿਉਂਕਿ ਜ਼ਿੰਮੇਵਾਰੀਆਂ ਭੁੱਲਦੇ ਜਾ ਰਹੇ ਆ। ਮੈਂ ਇਹਨਾਂ ਨੂੰ ਜ਼ਿੰਮੇਦਾਰੀਆਂ ਦਿੱਤੀਆਂ ਸੀ। ਬਾਬਾ ਅਜੀਤ ਸਿੰਘ ਦੀ ਜ਼ਿੰਮੇਦਾਰੀ ਦਿੱਤੀ ਸੀ, ਬਾਬਾ ਜੁਝਾਰ ਸਿੰਘ ਦੀ ਜ਼ਿੰਮੇਦਾਰੀ ਦਿੱਤੀ ਸੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਜ਼ਿੰਮੇਦਾਰੀ ਦਿੱਤੀ ਸੀ ਵੀ ਤੁਸੀਂ ਅਜੀਤ ਸਿੰਘ ਬਣਨਾ, ਤੁਸੀਂ ਜੁਝਾਰ ਸਿੰਘ ਬਣਨਾ, ਤੁਸੀਂ ਜੋਰਾਵਰ ਸਿੰਘ ਬਣਨਾ। ਪਰ ਅੱਜ ਅਸੀਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਾਂ। ਸਾਨੂੰ ਦਸਤਾਰਾਂ ਭਾਰੀ ਲੱਗਣ ਲੱਗ ਪਈਆਂ। ਸਾਨੂੰ ਇਹ ਦਸਤਾਰਾਂ ਜਿਹੜੀਆਂ ਨੇ ਇਹ ਸਜਾਉਣੀਆਂ ਵੀ, ਤੇ ਸਿਰ ਉੱਤੇ ਕਈ ਕਹਿੰਦੇ ਜੀ ਸਾਡਾ ਸਿਰ ਹੀ ਦੁਖਣ ਲੱਗ ਜਾਂਦਾ ਹੈ। ਇਹਨਾਂ ਦਸਤਾਰਾਂ ਪਿੱਛੇ ਮੋਰਚੇ ਲੱਗਦੇ ਰਹੇ। ਜਿਹੜੇ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਹੋਏ ਬਾਬਾ ਖੜਗ ਸਿੰਘ, 6 ਸਾਲ ਉਹਨਾਂ ਨੇ ਕੈਦ ਵਿੱਚ ਬਿਤਾਏ ਨੇ, ਜੇਲ੍ਹ ਵਿੱਚ 6 ਸਾਲ। ਕੇਵਲ ਇੱਕ ਕਛਹਿਰਾ ਹੀ ਤਾਂ ਰੱਖਿਆ ਸੀ ਕੋਲ, ਹੋਰ ਤਨ ਤੇ ਕੋਈ ਬਸਤਰ ਨਹੀਂ ਸੀ ਪਹਿਨਿਆ। ਗਰਮੀ ਸਰਦੀ 6 ਸਾਲ ਉਹਨਾਂ ਨੇ ਇਸ ਤਰ੍ਹਾਂ ਹੰਢਾਈ ਹੈ। ਪਤਾ ਕਿਉਂ? ਦਸਤਾਰ ਦੀ ਖਾਤਰ।
ਦਸਤਾਰ ਦੀ ਖਾਤਰ 6 ਸਾਲ ਜੇਲ੍ਹ ਵਿੱਚ ਰਹੇ ਆ, ਕੇਵਲ ਇੱਕ ਕਛਹਿਰੇ ਤੇ ਇਹ ਸੰਘਰਸ਼ ਉਹਨਾਂ ਨੇ ਕੀਤਾ, ਕਿਉਂਕਿ ਦਸਤਾਰ ਸਾਡੀ ਆਨ ਸ਼ਾਨ ਹੈ। ਅਸੀਂ ਕੁਰਬਾਨੀਆਂ ਸਾਡੇ ਬਜ਼ੁਰਗ ਦਿੰਦੇ ਰਹੇ, ਮੋਰਚੇ ਲਾਉਂਦੇ ਰਹੇ, ਤੇ ਅਸੀਂ ਇਹਨੂੰ ਫੈਸ਼ਨ ਦੀ ਦੁਨੀਆ ਵਿੱਚ ਗੁੰਮ ਹੀ ਕਰ ਦਿੱਤਾ। ਗੁਰੂ ਸਾਹਿਬ ਕਿਰਪਾ ਕਰਨ, ਜਾਗੀਏ, ਸੋਈਏ ਨਾ, ਆਪਣੀ ਆਨ ਸ਼ਾਨ ਨੂੰ ਬਰਕਰਾਰ ਰੱਖੀਏ। ਅਸੀਂ ਦਿਵਸ ਤਾਂ ਮਨਾ ਰਹੇ ਹਾਂ, ਕੇਵਲ ਇੱਕ ਦਿਨ ਦਾ ਨਾ ਰਹਿ ਜਾਏ। ਆ ਦੇਖੀਦਾ ਜਿਹੜੇ ਦਸਤਾਰਾਂ ਨਹੀਂ ਸਜਾਉਂਦੇ, ਜਿੱਦਣ ਆਨੰਦ ਕਾਰਜ ਹੁੰਦਾ ਨਾ, ਉਸ ਦਿਨ ਬਕਾਇਦਾ ਆਉਂਦੇ ਨੇ, ਪੈਸੇ ਦੇ ਕੇ, ਹਜ਼ਾਰਾਂ ਰੁਪਈਆ ਦੇ ਕੇ ਆਉਂਦੇ ਆ, ਤੇ ਜਦੋਂ ਹੀ 4 ਲਾਵਾਂ ਹੋ ਜਾਂਦੀਆਂ ਨੇ, ਬਾਹਰ ਨਿਕਲਦੀਆਂ ਦਸਤਾਰ ਪਤਾ ਹੀ ਨਹੀਂ ਲੱਗਦਾ ਕਿੱਥੇ ਗਈ। ਮਜ਼ਾਕ ਬਣਾ ਲਿਆ। ਅਸੀਂ ਮਜ਼ਾਕ ਹੀ ਹੈ, ਖੇਡ ਹੀ ਹੈ, ਵੀ ਪਤਾ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਹੋਣੀਆਂ ਨੇ, ਤੇ ਇੱਥੇ ਆ ਕੇ ਆਨੰਦ ਕਾਰਜ ਹੋਣਾ, ਤੇ ਦਸਤਾਰ ਸਿਰ ਤੇ ਸਜਾਉਣੀ ਪੈਣੀ ਹੈ। ਹਜ਼ਾਰਾਂ ਰੁਪਈਆ ਦੇ ਕੇ ਅਸੀਂ ਸਜਾ ਕੇ ਆਏ, ਜਦੋਂ ਮਤਲਬ ਨਿਕਲ ਗਿਆ, ਬਾਹਰ ਨਿਕਲਦਿਆਂ ਪੈਲਸ ਵਿੱਚ ਜਾ ਕੇ ਕੁਝ ਹੋਰ ਹੀ ਸ਼ਕਲ ਨਿਕਲ ਆਉਂਦੀ ਹੈ। ਆਪਾਂ ਸਾਰੇ ਵੇਖਦੇ ਹੀ ਹਾਂ ਸਮਾਜ ਵਿੱਚ, ਕਿ ਉਹਨੇ ਉਸ ਦਸਤਾਰ ਦੀ ਵੈਲਿਊ ਨੂੰ ਸਮਝਿਆ ਵੀ ਇਹਦੇ ਪਿੱਛੇ ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੇ ਕੁਰਬਾਨੀ, ਕਿੰਨੇ ਮੋਰਚੇ ਲੱਗਦੇ ਰਹੇ। ਅੱਜ ਸਾਨੂੰ ਜਾਗਣ ਦੀ ਲੋੜ ਹੈ, ਤੇ ਜੇ ਬਜ਼ੁਰਗ ਹੀ ਇਦਾਂ ਕਰਨਗੇ, ਅਸੀਂ ਨੌਜਵਾਨਾਂ ਨੂੰ ਕੀ ਸਮਝਾਵਾਂਗੇ? ਇਸ ਲਈ ਹਰ ਪੱਖ ਵਿੱਚ ਸਾਨੂੰ ਸਮਝ ਕੇ ਦਸਤਾਰ ਸੰਭਾਲਣੀ ਪੈਣੀ ਹੈ। ਕੇਵਲ ਦਿਵਸ ਨਹੀਂ ਮਨਾਉਣਾ, ਅਸੀਂ ਇਸ ਦਸਤਾਰ ਨੂੰ ਸੰਭਾਲਣਾ ਹੈ। ਫਿਰ ਪਰਤ ਕੇ ਆਪਾਂ ਵਾਪਸ ਆ ਜਾਈਏ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪੌੜੀ ਰੂਪ ਵਿੱਚ ਇਹ ਪਾਠ ਜੋ ਸਰਵਣ ਕਰ ਰਹੇ ਹਾਂ, ਢਾਡੀ ਤੋਂ ਗੱਲ ਚੱਲੀ ਸੀ, ਤੇ ਢਾਡੀ ਨੇ ਆਖਿਆ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੀ ਪੱਗ ਤੇ ਜਹਾਂਗੀਰ ਦੀ ਪੱਗ ਕੀ ਮੁਕਾਬਲਾ, ਜਹਾਂਗੀਰ ਤੇਰੀ ਪੱਗ ਦਾ ਮੁਕਾਬਲਾ ਨਹੀਂ ਕਰ ਸਕਦਾ। ਉਹ ਝੂਠਾ ਪਾਤਸ਼ਾਹ ਹੈ ਤੇ ਤੁਸੀਂ ਸੱਚਾ ਪਾਤਸ਼ਾਹ ਹੋ। ਹੁਣ ਢਾਡੀ ਦਾ ਅਰਥ ਢੱਡ ਵਜਾਉਣ ਵਾਲਾ, ਢਾਡੀ ਦਾ ਅਰਥ ਹੈ ਜਸ ਗਾਉਣ ਵਾਲਾ, ਢਾਡੀ ਦਾ ਅਰਥ ਹੈ ਵਾਰਾਂ ਗਾਉਣ ਵਾਲਾ। ਇੱਥੇ ਹੈ ਜਸ ਗਾਉਣ ਵਾਲਾ, ਅਕਾਲ ਪੁਰਖ ਦੀ ਉਸਤਤ ਕਰਨ ਵਾਲਾ। ਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਉਸ ਮਾਲਕ ਦੇ ਦਰ ਦਾ ਢਾਡੀ ਕਹਿ ਰਹੇ ਆ। ਕਹਿੰਦੇ ਹਉ ਢਾਡੀ ਹਰ ਪ੍ਰਭ ਖਸਮ ਕਾ, ਮੈਂ ਤੇ ਖਸਮ ਦੇ ਦਰ ਦਾ ਢਾਡੀ ਹਾਂ, ਮੈਂ ਕਿਸੇ ਮਾਇਆਧਾਰੀ ਦੇ ਦਰ ਦਾ ਢਾਡੀ ਨਹੀਂ ਹਾਂ, ਮੈਂ ਕਿਸੇ ਝੂਠੇ ਪਾਤਸ਼ਾਹ ਦੇ ਦਰ ਦਾ ਢਾਡੀ ਨਹੀਂ ਹਾਂ, ਮੈਂ ਆਪਣੇ ਖਸਮ ਦੇ ਦਰ ਦਾ ਢਾਡੀ ਹਾਂ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਦਰ ਆਇਆ, ਦਰ ਉੱਤੇ ਆਇਆ, ਦਰ ਦੇ ਰਾਰੇ ਨੂੰ ਸਿਹਾਰੀ ਹੈ। ਹਰ ਅੰਦਰ ਸੁਣੀ ਪੁਕਾਰ, ਹਰੀ ਨੇ ਆਪਣੇ ਦਰਬਾਰ ਅੰਦਰ ਮੇਰੀ ਦਰ ਤੇ ਆਏ ਦੀ ਪੁਕਾਰ ਸੁਣ ਲਈ। ਥੋੜਾ ਸੀਨ ਇਦਾਂ ਬਣਾਓ ਕਿ ਉਹਦਾ ਦਰਬਾਰ ਸਜਿਆ ਹੋਇਆ ਹੈ, ਖਸਮ ਦਾ, ਮਾਲਕ ਦਾ, ਨਿਰੰਕਾਰ ਦਾ ਦਰਬਾਰ ਸਜਿਆ, ਤੇ ਢਾਡੀ ਦਰਵਾਜ਼ੇ ਤੇ ਖਲੋਤਾ ਹੋਇਆ ਆਪਣੀ ਪੁਕਾਰ ਕਰਕੇ ਜਸ ਗਾ ਰਿਹਾ ਹੈ। ਤੇ ਜਿਹੜਾ ਦਰਬਾਰ ਦੇ ਅੰਦਰ ਬੈਠਾ ਨਾ, ਤਖਤਾਂ ਤੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਹੈ, ਜਿਹੜਾ ਉਸ ਤਖਤ ਤੇ ਬੈਠਾ ਹੈ, ਉਹਨੇ ਮੇਰੀ ਦਰ ਤੇ ਆਏ ਦੀ ਪੁਕਾਰ ਨੂੰ ਸੁਣ ਲਿਆ। ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ। ਉਹ ਕੈਸੀ ਪੁਕਾਰ ਹੋਏਗੀ? ਉਸ ਪੁਕਾਰ ਦੇ ਵਿੱਚ ਕਿੰਨਾ ਦਰਦ, ਕਿੰਨਾ ਪਿਆਰ ਭਰਿਆ ਹੋਏਗਾ ਕਿ ਮੇਰੇ ਮਾਲਕ ਨੇ ਆਪਣੇ ਤਖਤ ਤੋਂ ਉੱਠ ਕੇ ਮੁਖ ਲਾਇਆ, ਆਪਣੇ ਗਲ ਨਾਲ ਲਾ ਲਿਆ, ਆਪਣੀ ਗਲਵਕੜੀ ਵਿੱਚ ਲੈ ਲਿਆ। ਅਸੀਂ ਵੀ ਇਸ ਤਰ੍ਹਾਂ ਉਸਤਤ ਕਰੀਏ, ਇਸ ਤਰ੍ਹਾਂ ਉਹਦੇ ਗੁਣ ਗਾਈਏ ਕਿ ਉਹ ਸਾਨੂੰ ਆਪਣੇ ਗਲ ਨਾਲ ਲਾ ਲਵੇ। ਆਪਾਂ ਸਾਰੇ ਹੀ ਮੇਰੇ ਸਮੇਤ ਗੁਰੂ ਚਰਨੀ ਲੱਗਣ ਆਏ ਆ ਨਾ, ਪਰ ਚਰਨੀ ਤਾਂ ਗੁਰੂ ਨੇ ਲਾਉਣਾ ਹੈ। ਅਸੀਂ ਆਪਣੇ ਆਪਣੇ ਵੱਲੋਂ ਆਏ ਆ, ਚਰਨੀ ਗੁਰੂ ਨੇ ਲਾਉਣਾ ਹੈ। ਅਸੀਂ ਇਸ ਢੰਗ ਨਾਲ ਆਈਏ ਕਿ ਗੁਰੂ ਸਾਨੂੰ ਚਰਨੀ ਲਾ ਲੈਣ, ਆਪਣੇ ਚਰਨੀ ਸਾਨੂੰ ਲਾ ਲੈਣ। ਜਿਸ ਦਿਨ ਚਰਨੀ ਲਾ ਲੈਣਗੇ, ਉਸ ਦਿਨ ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ, ਪ੍ਰਭ ਮੇਲੇ ਦੀ ਖੇਡ ਬਣ ਜਾਏਗੀ। ਹੁਣ ਹਰ ਅੰਦਰ ਸੁਣੀ ਪੁਕਾਰ, ਖਸਮ ਨੇ ਦਰ ਤੇ ਅੰਦਰ ਜਿਹੜਾ ਤਖਤ ਤੇ ਬੈਠਾ ਸੀ, ਉਹਨੇ ਮੇਰੀ ਪੁਕਾਰ ਨੂੰ ਸੁਣ ਕੇ ਮੈਨੂੰ ਆਪਣੇ ਸਾਹਮਣੇ ਜਿਹੜਾ ਸੀ ਉਹ ਸੱਦ ਕੇ
ਮੈਨੂੰ ਗਲ ਨਾਲ ਵੀ ਕਹਿੰਦੇ ਪਿਆਰ ਨਾਲ ਲਾਉਣਾ ਕੀਤਾ। ਹਰ ਪੁੱਛਿਆ ਢਾਡੀ ਸਦ ਕੈ, ਕਿਤ ਅਰਥ ਤੂੰ ਆਇਆ। ਨਿਤ ਦੇਵਹੁ ਦਾਨ ਦਿਆਲ ਪ੍ਰਭ, ਹਰ ਨਾਮ ਧਿਆਇਆ। ਹਰ ਦਾਤ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਪਹਿਲਾਂ ਦਰ ਦੇ ਉੱਤੇ ਪੁਕਾਰ ਕੀਤੀ, ਕਿੰਨੇ ਪਿਆਰ ਨਾਲ ਭਿੱਜ ਕੇ ਵੀ ਸੱਦ ਲਿਆ ਤੇ ਗਲ ਨਾਲ ਲਾ ਕੇ ਸਾਹਮਣੇ ਖੜਾ ਲਿਆ ਤੇ ਸੱਦ ਕੇ ਬੁਲਾ ਕੇ ਪੁੱਛਿਆ। ਕਹਿੰਦੇ ਹਰ ਪੁੱਛਿਆ ਢਾਡੀ ਸੱਦ ਕੈ, ਉਸਤਤ ਕਰਨ ਵਾਲੇ ਨੂੰ ਸੱਦ ਕੇ ਪੁੱਛਿਆ, ਕਿਤ ਅਰਥ ਤੂੰ ਆਇਆ, ਤੂੰ ਕਿਸ ਮਨੋਰਥ ਲਈ ਆਇਆ ਹੈ, ਤੇਰਾ ਸਵਾਰਥ ਕੀ ਹੈ, ਤੂੰ ਜਿਹੜਾ ਜਸ ਗਾ ਰਿਹਾ ਹੈ, ਉਸਤਤ ਕਰ ਰਿਹਾ ਹੈ, ਉਹ ਕਿਉਂ ਕਰ ਰਿਹਾ ਹੈ, ਕੀ ਇਹਦੇ ਪਿੱਛੇ ਤੇਰਾ ਮਨੋਰਥ ਕੀ ਹੈ। ਜਦੋਂ ਆ ਕੇ ਆਖਿਆ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਜਦੋਂ ਆ ਕੇ ਗਾਇਆ ਤੇ ਮਾਲਕ ਨੇ ਕੋਲ ਸੱਦ ਕੇ ਆਖਿਆ ਵੀ ਦੱਸ ਕੀ ਚਾਹੀਦਾ ਤੈਨੂੰ। ਉਹਨਾਂ ਆਖਿਆ ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਧਿਆਇਆ। ਜੇ ਤੁਸੀਂ ਦਇਆਵਾਨ ਹੋ ਕੇ ਮੈਨੂੰ ਕੁਝ ਦੇਣਾ ਚਾਹੁੰਦੇ ਹੋ, ਫਿਰ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੈ। ਕਹਿੰਦੇ ਤੇਰੇ ਦਰ ਤੇ ਮੈਂ ਮੰਗਦਾ, ਪਰ ਜੋ ਮੰਗਦਾ ਉਹ ਮੈਂ ਛੱਡਣਾ ਨਹੀਂ ਹੈ। ਮੰਗਣਾ ਇੱਕੋ ਹੀ ਹੈ, ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਆਪਾਂ ਵੀ ਸਾਰੇ ਢਾਡੀ ਦੇ ਰੂਪ ਵਿੱਚ ਹੀ ਆਏ ਆ। ਤੇ ਮਾਲਕ ਨੇ ਜਦੋਂ ਸੱਦ ਕੇ ਆਖਿਆ ਕਿਹਦੇ ਕਾਰਨ ਆਇਆ, ਤੇਰੇ ਆਉਣ ਦਾ ਕਾਰਨ, ਕਹਿੰਦੇ ਨਿਤ ਦੇਵੋ ਦਾਨ ਦਿਆਲ ਪ੍ਰਭ, ਹੇ ਦਇਆਲੂ ਪ੍ਰਭੂ ਜੀ, ਆਪਣੇ ਇਸ ਢਾਡੀ ਦੀ ਝੋਲੀ ਵਿੱਚ ਨਿਤ ਇੱਕ ਦਾਨ ਪਾ ਦਿਓ, ਹਰ ਨਾਮ ਧਿਆਇਆ, ਤਾਂ ਕਿ ਮੈਂ ਤੁਹਾਡੇ ਨਾਮ ਨੂੰ ਧਿਆਉਂਦਾ ਰਵਾਂ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਮੈਂ ਹਰ ਵੇਲੇ ਧਿਆਉਂਦਾ ਰਵਾਂ। ਮੇਰੇ ਅੰਦਰ ਇੱਕ ਪਲ ਲਈ ਵੀ ਤੁਹਾਡਾ ਨਾਮ ਵਿਸਰਨਾ ਨਹੀਂ ਚਾਹੀਦਾ। ਤੇ ਤੁਹਾਡੇ ਤੋਂ ਬਿਨਾ ਮੈਂ ਜੋ ਮੰਗਾਂਗਾ ਉਹ ਸਿਰ ਦੁੱਖਾਂ ਕੈ ਦੁੱਖ ਵਾਲੀ ਅਵਸਥਾ ਬਣ ਜਾਏਗੀ। ਇਸ ਲਈ ਹਰ ਦਾਤੈ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਨਾਨਕ ਦੇ ਕੱਕੇ ਨੂੰ ਔਂਕੜ ਲੱਗ ਗਈ, ਕਿਉਂਕਿ ਸਾਹਿਬ ਨੇ ਕਿਹਾ ਹਉ ਢਾਡੀ ਹਰ ਪ੍ਰਭ ਖਸਮ ਕਾ। ਕਹਿੰਦੇ ਜਦੋਂ ਮੈਂ ਇਹ ਮੰਗਿਆ ਨਾ ਕਿ ਮੇਰੇ ਮਾਲਕ ਜੀ ਆ ਮੇਰੀ ਝੋਲੀ 'ਚ ਨਾਮ ਦੀ ਖੈਰ ਪਾ ਦਿਓ, ਬੰਦਗੀ ਦੀ ਦਾਤ ਪਾ ਦਿਓ, ਤਾਂ ਫਿਰ ਮੇਰੇ ਮਾਲਕ ਨੇ ਮੇਰੇ ਕੋਲੋਂ ਨਾਮ ਜਪਾਇਆ ਤੇ ਜਪਾ ਕੇ ਕਹਿੰਦੇ ਪਹਿਨਾਇਆ, ਮੈਨੂੰ ਇੱਜ਼ਤ ਦਾ, ਮੈਨੂੰ ਮਾਣ ਸਤਿਕਾਰ ਦਾ ਬਸਤਰ ਪਹਿਨਾ ਦਿੱਤਾ ਹੈ। ਆਪਾਂ ਕਈ ਵਾਰ ਵਿਚਾਰਿਆ ਹੈ ਕਿ ਗੁਰੂ ਸਾਹਿਬ ਜੀ ਨੇ ਆਖਿਆ ਫੇਰ ਕੈ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੈ ਬੋਲਣ ਬੋਲੀਐ ਜਿਤ ਸੁਣ ਧਰੈ ਪਿਆਰ। ਤੇ ਮਹਾਰਾਜ ਨੇ ਆਖਿਆ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕੀ ਮਿਲੇਗਾ? ਕਰਮੀ ਆਵੈ ਕੱਪੜਾ ਆ ਪਹਿਨਾਇਆ। ਬਖਸ਼ਿਸ਼ ਦਾ ਉਹ ਬਸਤਰ ਤੁਹਾਨੂੰ ਮਿਲੇਗਾ ਜਿਹਦੇ ਪਹਿਨਣ ਨਾਲ ਤੁਹਾਨੂੰ ਇੱਜ਼ਤ ਮਿਲੇਗੀ, ਮਾਣ ਮਿਲੇਗਾ, ਸਤਿਕਾਰ ਮਿਲੇਗਾ। ਹਰ ਕੋਈ ਦੇਖ ਕੇ ਹੱਥ ਜੋੜ ਕੇ ਤੁਹਾਨੂੰ ਸਤਿਕਾਰ ਦੇਵੇਗਾ। ਉਹ ਇੱਜ਼ਤ ਵਾਲਾ ਬਸਤਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਹਿੰਦੇ ਨੇ ਮੇਰੇ ਮਾਲਕ ਨੇ, ਮੇਰੇ ਦਾਤੇ ਨੇ ਮੈਨੂੰ ਨਾਮ ਜਪਾਇਆ ਵੀ ਤੇ ਜਪਾਉਣ ਤੋਂ ਬਾਅਦ ਪਹਿਨਾਇਆ ਇੱਜ਼ਤ ਦਾ ਬਸਤਰ ਵੀ ਮੇਰੇ ਪਵਾ ਦਿੱਤਾ। ਤੇ ਇਹ ਮੈਨੂੰ ਢਾਡੀ ਬਣ ਕੇ ਆਪਣੇ ਖਸਮ ਮਾਲਕ ਦੇ ਦਰ ਤੋਂ ਖੈਰ ਮਿਲੀ ਹੈ। ਤੇ ਗੁਰੂ ਰਾਮਦਾਸ ਜੀ ਕਹਿੰਦੇ ਤੁਸੀਂ ਵੀ ਢਾਡੀ ਬਣ ਕੇ ਪੁਕਾਰ ਕਰੋ, ਤੁਸੀਂ ਵੀ ਆ ਕੇ ਇੱਥੇ ਇਹ ਪੁਕਾਰ ਕਰੋ ਤਾਂ ਕਿ ਮਾਲਕ ਤੁਰ ਉੱਠ ਕੇ ਤੁਹਾਨੂੰ ਵੀ ਬਖਸ਼ਿਸ਼ ਵਾਲਾ ਕੱਪੜਾ ਬਸਤਰ ਨਾਮ ਦਾ ਦੇਣ, ਜਿਹਦੇ ਨਾਲ ਲੋਕ ਪਰਲੋਕ ਵਿੱਚ ਸਾਡੀ ਇੱਜ਼ਤ ਮਾਣ ਪਿਆਰ ਸਤਿਕਾਰ ਬਰਕਰਾਰ ਰਵੇ। ਉਹਦੇ ਲਈ ਜੋ ਗੁਰੂ ਰਾਮਦਾਸ ਜੀ ਨੇ ਮੰਗਿਆ ਉਹੀ ਅਸੀਂ ਵੀ ਮੰਗਣਾ ਹੈ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਮੰਗ ਆਪਾਂ ਰੱਖ ਕੇ ਦਾਤ ਮੰਗਦੇ ਰਹਿਣਾ ਹੈ। ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਇੱਥੇ ਸ਼੍ਰੀ ਰਾਗ ਕੀ ਵਾਰ ਦੀ ਸਮਾਪਤੀ ਹੋਈ ਹੈ। ਗੁਰੂ ਸਾਹਿਬ ਜੀ ਰਹਿਮਤ ਵਰਤਾਉਣ ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਅੱਗੇ ਤੋਂ ਗੁਰੂ ਸਾਹਿਬ ਸਮੱਤ ਬਖਸ਼ਣ। ਕੱਲ ਖਾਲਸਾ ਪੰਥ ਦਾ ਸਿਰਜਣਾ ਦਿਵਸ ਹੈ। ਜਿੱਥੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣੇ ਨੇ, ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਅੰਮ੍ਰਿਤ ਸੰਚਾਰ ਹੈ। ਜਿਨ੍ਹਾਂ ਜਿਨ੍ਹਾਂ ਨੇ ਆਪਣੇ ਨਾਮ ਲਿਖਾਏ ਮੁਬਾਰਕ, ਸਮੇਂ ਸਿਰ ਪਹੁੰਚਿਓ। ਤੇ ਜਿਨ੍ਹਾਂ ਦੇ ਹਜੇ ਮਨ ਨਹੀਂ ਮੰਨੇ, ਅਰਦਾਸ ਕਰੋ ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਵਾਲੇ ਬਣ ਜਾਈਏ। ਸਿੰਘ ਸਿੰਘਣੀਆਂ ਸੱਜ ਕੇ ਆਪਣੇ ਸਿਰਾਂ ਉੱਤੇ ਦੁਮਾਲੇ, ਦਸਤਾਰਾਂ, ਦੁਪੱਟੇ ਸਜਾ ਕੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਸਕੀਏ। ਇਸ ਲਈ ਗੁਰੂ ਸਾਹਿਬ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਨਿਤ ਦੇਵਹੁ ਦਾਨ ਦਇਆਲ ਪ੍ਰਭ, ਹਰ ਨਾਮ ਧਿਆਇਆ। ਹਰ ਦਾਤੈ ਹਰ ਨਾਮ ਜਪਾਇਆ। ਨਾਨਕ ਪਹਿਨਾਇਆ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।